Welcome back, dear students. Students, today we will discuss chapter number 1 from 8th class science, Punjab School Education Board. Chapter name is Crop Production and Management. ਪਿਆਰੇ ਵਿਦਿਆਰਥੀਓ, ਅੱਜ ਅਸੀਂ 8ਵੀਂ ਜਮਾਤ ਦੀ ਸਾਇੰਸ ਦਾ ਪਹਿਲਾ ਪਾਠ ਕਰਾਂਗੇ ਜੋ ਕਿ ਹੈ crop production and management. So I will try in English and side by side I will continue with Punjabi for your better understanding. So open your book with me and try to understand the topic. And ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਸਕੂਲ ਦੇ WhatsApp ਗਰੁੱਪ ਦੇ ਵਿੱਚ ਮੈਸੇਜ ਕਰ ਸਕਦੇ ਹੋ। ਚਲੋ ਹੁਣ ਚੈਪਟਰ ਸ਼ੁਰੂ ਕਰਦੇ ਹਾਂ। ਇੰਟਰੋਡਕਸ਼ਨ ਦੇ ਵਿੱਚ ਦੱਸਿਆ ਹੋਇਆ ਹੈ ਪਹੇਲੀ ਐਂਡ ਬੂਜ਼ੋ, they are two friends, went to their uncle's house during the summer vacation. Their uncle is farmer. One day they saw some tool like khurpi, sickle, shovel, plow in the field. ਸੋ ਇਹ ਜੋ ਦੱਸੇ ਨੇ ਪਹੇਲੀ ਅਤੇ ਬੂਜੋ ਦੋ ਭੈਣਾਂ ਨੇ ਆਪਣੇ ਅੰਕਲ ਦੇ ਘਰ ਜਾਂਦੀਆਂ ਨੇ ਗਰਮੀ ਛੁੱਟੀਆਂ ਵਿੱਚ, ਤਾਂ ਉਹਨਾਂ ਦੇ ਫਾਰਮਰ ਨੇ ਜੋ ਅੰਕਲ ਨੇ ਉਹਨੂੰ ਕੁਛ ਉੱਥੇ ਜੋ ਸੰਦ ਨੇ, ਜੋ ਟੂਲਸ ਖੇਤੀਬਾੜੀ 'ਚ ਯੂਜ਼ ਕੀਤੇ ਜਾਂਦੇ, ਤਾਂ ਖੁਰਪੀ ਹੋ ਗਿਆ, ਦਾਤਰੀ ਹੋ ਗਿਆ, ਰੰਬਾ ਹੋ ਗਿਆ, ਹਲ ਹੋ ਗਿਆ, ਖੇਤ ਦੇ ਵਿੱਚ ਪਏ ਦੇਖਦੇ ਨੇ। ਸੋ ਆਈ ਵਾਂਟ ਟੂ ਨੋ ਵੇਅਰ ਐਂਡ ਹਾਊ ਵੀ ਯੂਜ਼ ਦਿਸ ਟੂਲ। ਸੋ ਕਹਿੰਦੀ ਵੀ ਮੈਂ ਦੇਖਣਾ ਚਾਹੁੰਦੀ ਹਾਂ ਇਹਨਾਂ ਟੂਲਸ ਨੂੰ ਕਿੱਥੇ ਯੂਜ਼ ਕੀਤਾ ਜਾਂਦਾ। ਯੂ ਹੈਵ ਲਰਨ ਡੈਟ ਆਲ ਦਾ ਲਿਵਿੰਗ ਔਰਗਨਿਜ਼ਮ ਰਿਕੁਆਇਰਡ ਫੂਡ। ਪਲਾਂਟ ਕੈਨ ਮੇਕ ਦੇਅਰ ਫੂਡ ਦੈਮਸੈਲਫ ਐਂਡ can you recall how green plants synthesize their own food? Animal including human cannot make their own food. So where do animal get their food from? ਸੋ ਇਹਦੇ ਵਿੱਚ ਦੱਸਿਆ ਹੋਇਆ ਹੈ, ਨਾਲ ਜੋੜਿਆ ਹੈ ਕਿ ਜੋ ਫੂਡ ਹੈ, ਜੋ ਭੋਜਨ ਹੈ, ਉਹਦੀ ਮਹੱਤਤਾ ਹੈ। ਭੋਜਨ ਜੋ ਹੈ ਉਹ ਦੋ ਤਰ੍ਹਾਂ ਦੇ ਜੀਵ ਨੇ ਭੋਜਨ ਨੂੰ ਪ੍ਰਾਪਤ ਕਰਨ ਦੇ ਆਧਾਰ 'ਤੇ। ਜਿੱਦਾਂ ਹਰੇ ਪੌਦੇ ਨੇ ਉਹ ਸੂਰਜ ਦੀ ਰੋਸ਼ਨੀ, ਕਾਰਬਨ ਡਾਈਆਕਸਾਈਡ ਅਤੇ ਪਾਣੀ ਨਾਲ ਪੱਤਿਆਂ 'ਚ ਆਪਣਾ ਭੋਜਨ ਆਪ ਬਣਾ ਲੈਂਦੇ ਨੇ। ਪਰ ਜਿੱਦਾਂ ਮਨੁੱਖ ਹੈ ਉਹ ਆਪਣਾ ਭੋਜਨ ਆਪ ਨਹੀਂ ਬਣਾ ਸਕਦਾ, ਉਹਨੂੰ ਹੋਰਨਾਂ 'ਤੇ ਡਿਪੈਂਡ ਹੋਣਾ ਪੈਂਦਾ ਹੈ, ਪਸ਼ੂਆਂ ਜਾਂ ਪੌਦਿਆਂ ਨੂੰ ਖਾਂਦਾ। ਅਤੇ ਇਸ ਤਰ੍ਹਾਂ ਦੋ ਤਰ੍ਹਾਂ ਦੇ ਜੀਵ ਹੋ ਜਾਂਦੇ ਨੇ। ਜਿਹੜੇ ਖੁਦ ਭੋਜਨ ਬਣਾਉਂਦੇ ਨੇ ਉਹਨੂੰ ਅਸੀਂ ਸਵੈ ਪੋਸ਼ੀ ਕਹਿੰਦੇ ਹਾਂ, ਸਵੈ ਪੋਸ਼ੀ। ਜਿਹੜੇ ਨਹੀਂ ਬਣਾ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਪਰ ਪੋਸ਼ੀ, ਪਰ ਪੋਸ਼ੀ। ਇਹਨੂੰ ਆਟੋਟ੍ਰੋਪ ਐਂਡ ਹੈਟਰੋਟ੍ਰੋਪ ਵੀ ਕਹਿੰਦੇ ਹਨ। So you already know that the energy from the food is utilized by organism for carrying out their various functions. So ਇਹ ਵੀ ਤੁਹਾਨੂੰ ਪਤਾ ਹੈ ਜੇ ਫੂਡ ਤੋਂ એનર્ਜੀ ਮਿਲਦੀ ਹੈ ਉਹਨਾਂ ਬੋਡੀ ਦੇ ਸਾਰੇ ਜੋ ਕੰਮ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਡਾਈਜੈਸ਼ਨ, ਰੈਸਪੀਰੇਸ਼ਨ, ਐਕਸਕ੍ਰੀਸ਼ਨ, ਪਾਚਨ ਪ੍ਰਣਾਲੀ, ਸਾਹ ਪ੍ਰਣਾਲੀ, ਮਲ ਤਿਆਗ ਪ੍ਰਣਾਲੀ। ਵੀ ਗੈਟ ਆਵਰ ਫੂਡ ਫਰੋਮ ਪਲਾਂਟ, ਐਨੀਮਲ ਔਰ ਬੋਥ। ਅਸੀਂ ਆਪਣਾ ਭੋਜਨ ਪੌਦਿਆਂ ਤੋਂ, ਜਾਨਵਰਾਂ ਅਤੇ ਦੋਨਾਂ ਤੋਂ ਵੀ ਲੈਂਦੇ ਹਾਂ। Since we all need food, how can we provide food to a large number of people in our country? ਹੁਣ ਇੱਥੇ ਇੱਕ ਪ੍ਰਸ਼ਨ ਅਰਾਈਜ਼ ਹੁੰਦਾ ਹੈ। ਸਾਨੂੰ ਪਤਾ ਹੈ ਵੀ ਅਸੀਂ ਫੂਡ ਆਪਣਾ ਨਹੀਂ ਬਣਾ ਸਕਦੇ, ਸਾਨੂੰ ਫੂਡ ਬਾਹਰੋਂ ਹੀ ਲੈਣਾ ਪੈਂਦਾ ਹੈ। ਪਰ ਅਸੀਂ ਆਪਣੇ ਏਡੇ ਵੱਡੇ ਦੇਸ਼ ਨੂੰ, ਇੰਨੀ ਦੁਨੀਆ ਨੂੰ, ਜਿੱਥੇ ਇੰਨੇ ਅਰਬਾਂ ਖਰਬਾਂ ਦੇ ਵਿੱਚ ਲੋਕ ਨੇ, ਉਹਨਾਂ ਨੂੰ ਕਿੱਦਾਂ ਭੋਜਨ ਜੋ ਹੈ ਮੁਹੱਈਆ ਕਰਾਵਾਂਗੇ? ਫੂਡ ਹੈਜ਼ ਟੂ ਬੀ ਪ੍ਰੋਡਿਊਸ ਔਨ ਅ ਲਾਰਜ ਸਕੇਲ। ਅਤੇ ਨਾਲ ਦੂਸਰੀ ਸ਼ੈਲੀ ਕਹਿੰਦੀ ਹੈ ਜੋ ਫੂਡ ਹੈ ਉਹਨੂੰ ਫਿਰ ਜ਼ਿਆਦਾ ਮਾਤਰਾ ਦੇ ਵਿੱਚ ਪੈਦਾ ਕਰਨਾ ਪੜੇਗਾ, ਵੱਡੇ ਲੈਵਲ 'ਤੇ ਪੈਦਾ ਕਰਨਾ ਹੋਏਗਾ। ਇਨ ਆਰਡਰ ਟੂ ਪ੍ਰੋਵਾਈਡ ਫੂਡ ਫਾਰ ਲਾਰਜ ਪਾਪੂਲੇਸ਼ਨ, ਰੈਗੂਲਰ ਪ੍ਰੋਡਕਸ਼ਨ, ਪ੍ਰੋਪਰ ਮੈਨੇਜਮੈਂਟ ਐਂਡ ਡਿਸਟਰੀਬਿਊਸ਼ਨ ਆਫ ਫੂਡ ਇਜ਼ ਨੈਸੈਸਰੀ। ਸੋ ਭੋਜਨ ਨੂੰ ਪੈਦਾ ਕਰਨਾ, ਉਹਨੂੰ ਵੰਡਣਾ, ਇਹ ਜ਼ਰੂਰੀ ਚੀਜ਼ਾਂ ਨੇ। ਸੋ ਇਹਦੇ ਵਿੱਚ ਐਗਰੀਕਲਚਰ, ਜੋ ਖੇਤੀਬਾੜੀ ਹੈ, ਉਹ ਆਉਂਦੀ ਹੈ। ਐਗਰੀਕਲਚਰ ਪ੍ਰੈਕਟਿਸਿਸ, ਜੋ ਖੇਤੀਬਾੜੀ ਦੇ ਨਾਲ ਜੁੜੇ ਕਿਰਿਆਵਾਂ ਨੇ, ਉਹਨਾਂ ਦੇ ਬਾਰੇ ਗੱਲ ਕਰੀਏ। ਸੋ ਲੱਖਾਂ ਹਜ਼ਾਰਾਂ ਸਾਲ ਪਹਿਲੇ, BC 10,000 BC ਪਹਿਲੇ ਜਿਹੜਾ ਮਨੁੱਖ ਸੀ ਜੰਗਲਾਂ ਵਿੱਚ ਰਹਿੰਦਾ ਸੀ, ਨੋਮੈਡਿਕ। ਦੇ ਵਰ ਵੰਡਰਿੰਗ ਇਨ ਗਰੁੱਪ ਫਰੋਮ ਪਲੇਸ ਟੂ ਪਲੇਸ ਇਨ ਸਰਚ ਆਫ ਫੂਡ ਐਂਡ ਸ਼ੈਲਟਰ। ਦੇ ਏਟ raw fruit and vegetables and started hunting for animals for food. Later they could cultivate land and produce rice, wheat and other food crop. So was born agriculture. ਸੋ ਹਜ਼ਾਰਾਂ ਸਾਲ ਪਹਿਲੇ ਮਨੁੱਖ ਜੋ ਸੀ ਖਾਨਾ ਬਦੋਸ਼ ਸੀ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦਾ ਸੀ
ਗਰੁੱਪ ਜੋ ਵਿੱਚ ਝੁੰਡ 'ਚ ਜਾਂਦੇ ਸੀ, ਪਸ਼ੂਆਂ ਨੂੰ ਮਾਰ ਕੇ ਪੱਤਿਆਂ ਨੂੰ, ਫਲਾਂ ਫਰੂਟਾਂ ਨੂੰ ਖਾ ਕੇ ਗੁਜ਼ਾਰਾ ਕਰਦੇ ਸੀ। ਫਿਰ ਉਹਨੇ ਬੀਜ ਬੋਇਆ ਪਹਿਲੀ ਵਾਰ ਮਨੁੱਖ ਨੇ, ਫਿਰ ਫਸਲ ਤਿਆਰ ਹੋਈ, ਫਿਰ ਹੌਲੀ ਹੌਲੀ ਖੇਤੀਬਾੜੀ ਦਾ ਵਿਕਾਸ ਹੋਇਆ। So when plant of same kind are grown and cultivated at one place on a large scale, it is called crop। ਫਸਲ, crop ਦਾ ਮਤਲਬ ਹੈ ਫਸਲ। ਜਦੋਂ ਇੱਕ ਤਰ੍ਹਾਂ ਦੇ ਪੌਦੇ ਕਾਫੀ ਵੱਡੇ ਪੈਮਾਨੇ 'ਤੇ ਕਾਫੀ ਵੱਡੀ ਜ਼ਮੀਨ ਖੇਤ ਵਿੱਚ ਉਗਾਏ ਜਾਂਦੇ ਨੇ, ਉਹਨੂੰ crop ਕਹਿੰਦੇ ਨੇ। ਜਿਸ ਤਰ੍ਹਾਂ crop of wheat mean that all plant grown in field are of wheat। ਕਣਕ ਦੀ ਫਸਲ ਦਾ ਮਤਲਬ ਹੈ ਸਾਰੇ ਖੇਤ 'ਚ ਕਣਕ ਬੀਜੀ ਹੈ। You already know that the crop of the different type, ਕਈ ਤਰ੍ਹਾਂ ਦੀਆਂ ਫਸਲਾਂ, ਜਿਸ ਤਰ੍ਹਾਂ ਸੀਰੀਅਲਸ ਹੁੰਦੇ ਨੇ ਅਨਾਜ, ਵੈਜੀਟੇਬਲ ਸਬਜ਼ੀਆਂ, ਫਰੂਟ, ਫਲ। ਕੈਨ ਥੀਸ ਬੀ ਕਲਾਸੀਫਾਈਡ ਔਨ ਦਾ ਬੇਸਿਸ ਆਫ ਸੀਜ਼ਨ ਇਨ ਵਿਚ ਦੇ ਗਰੋ। ਕੀ ਅਸੀਂ ਇਹਨੂੰ ਕਲਾਸੀਫਾਈ ਕਰ ਸਕਦੇ ਹਾਂ ਕਿਹੜੇ ਮੌਸਮ ਦੇ ਵਿੱਚ ਇਹਨਾਂ ਨੂੰ ਬੀਜਿਆ ਜਾਂਦਾ ਜਾਂ ਕੱਟਿਆ ਜਾਂਦਾ। ਇੰਡੀਆ ਇਜ਼ ਏ ਵਾਸਟ ਕੰਟਰੀ। ਕਲਾਈਮੈਟਿਕ ਕੰਡੀਸ਼ਨ ਲਾਈਕ ਟੈਂਪਰੇਚਰ, ਹਿਊਮਿਡਿਟੀ ਐਂਡ ਰੇਨਫਾਲ ਵੇਰੀ ਫਰੋਮ ਵਨ ਰੀਜਨ ਟੂ ਅਨਦਰ। ਭਾਰਤ ਇੱਕ ਵਿਭਿੰਨਤਾ ਦਾ ਦੇਸ਼ ਹੈ, ਵੱਡਾ ਮਹਾਨ ਦੇਸ਼ ਹੈ। ਇਹਦੇ 'ਚ ਉਹ ਮੌਸਮ ਦੀਆਂ ਜੋ ਵੰਡ ਨੇ, ਮੌਸਮ ਦੀਆਂ ਜੋ ਪ੍ਰਕਿਰਿਆਵਾਂ ਨੇ, ਚੇਂਜ ਹੁੰਦੀਆਂ ਰਹਿੰਦੀਆਂ ਨੇ। ਤਾਪਮਾਨ, ਨਮੀ, ਵਰਖਾ ਕਿਤੇ ਘੱਟ ਕਿਤੇ ਵੱਧ ਹੁੰਦੀ ਹੈ। ਸੋ ਇਸ ਵਜ੍ਹਾ ਨਾਲ ਦੇਰ ਇਜ਼ ਏ ਰਿਚ ਵਰਾਇਟੀ ਆਫ ਕਰੋਪ ਗਰੋਨ ਇਨ ਦਾ ਡਿਫਰੈਂਟ ਪਾਰਟ ਆਫ ਕੰਟਰੀ। ਸੋ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਉਗਾਈ ਜਾਂਦੀਆਂ ਨੇ। ਸੋ ਫਸਲ ਨੂੰ ਬੇਸਿਕਲੀ ਦੋ ਤਰੀਕੇ ਵਿੱਚ ਵੱਡੇ ਪੈਮਾਨੇ 'ਤੇ ਵੰਡਿਆ ਗਿਆ, ਖਰੀਫ ਐਂਡ ਰਬੀ, ਹਾੜੀ ਅਤੇ ਸੋਣੀ ਦੀਆਂ ਫਸਲਾਂ। ਕਰੋਪ ਵਿੱਚ ਆਰ ਸੋਨ ਇਨ ਰੇਨੀ ਸੀਜ਼ਨ, ਜੋ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ, ਉਹਨੂੰ ਖਰੀਫ ਕਰੋਪ ਕਹਿੰਦੇ ਨੇ। ਇੰਡੀਆ ਦੇ ਵਿੱਚ ਇਹਨਾਂ ਨੂੰ ਜੂਨ ਅਤੇ ਸਤੰਬਰ ਦੇ ਵਿੱਚ ਬੀਜਿਆ ਜਾਂਦਾ ਹੈ। ਇਹਨਾਂ ਦਿਨਾਂ 'ਚ ਵਰਖਾ ਸ਼ੁਰੂ ਹੁੰਦੀਆਂ ਨੇ, ਸਤੰਬਰ ਤੱਕ ਚਲੀ ਜਾਂਦੀ ਬਰਸਾਤ। ਜਿੱਦਾਂ ਪੈਡੀ, ਝੋਨਾ, ਮੱਕੀ, ਮੇਜ਼, ਸੋਇਆਬੀਨ, ਗਰਾਊਂਡਨਟ ਹੁੰਦੇ ਤੁਹਾਡੇ, ਮੂੰਗਫਲੀ, ਕੋਟਨ, ਕਪਾਹ, ਇਹ ਸਾਰੀਆਂ ਹਾੜੀ ਦੀਆਂ ਫਸਲਾਂ। ਰੱਬੀ ਦੀਆਂ ਫਸਲਾਂ ਇਹ ਤੋਂ ਉਲਟ ਆਉਣਗੀਆਂ, ਜੋ ਕਿ ਸੂਖੇ ਵਿੱਚ, ਡਰਾਈ ਸੀਜ਼ਨ 'ਚ, ਜਦੋਂ ਵਰਖਾ ਨਹੀਂ ਹੁੰਦੀ, ਯਾਨੀ ਸਰਦੀਆਂ ਵਿੱਚ ਬੀਜੀ ਜਾਂਦੀਆਂ ਨੇ। ਐਂਡ ਦੇਅਰ ਟਾਈਮ ਆਫ ਪੀਰੀਅਡ ਜਨਰਲੀ ਅਕਤੂਬਰ ਟੂ ਮਾਰਚ। ਅਕਤੂਬਰ ਅਤੇ ਮਾਰਚ ਵਿੱਚ ਇਹਨਾਂ ਨੂੰ ਬੀਜਿਆ ਜਾਂਦਾ। ਅਕਤੂਬਰ ਤੋਂ ਠੰਡ ਸ਼ੁਰੂ ਹੋ ਜਾਂਦੀ ਹੈ, ਮਾਰਚ ਤੱਕ ਰਹਿੰਦੀ ਹੈ। ਐਗਜ਼ਾਮਪਲ ਆਫ ਰਬੀ ਕਰੋਪ, ਜਿਸ ਤਰ੍ਹਾਂ ਦੇ ਵਿੱਚ ਐਗਜ਼ਾਮਪਲ ਆਏਗੀ ਕਣਕ, ਚਨੇ, ਮਟਰ, ਉਹਦੇ ਬਾਅਦ ਆ ਗਿਆ ਤੁਹਾਡਾ ਸਰੋਂ, ਮਸਟਰਡ, ਲਿਨਸੀਡ, ਇਹ ਵੀ ਤੇਲ ਦੀ ਟਾਈਪ ਹੈ, ਬੀਜ ਹੈ। ਬਿਸਾਈਡ ਦੀਸ ਪਲਸਿਸ ਵੈਜੀਟੇਬਲ ਆਰ ਗਰੋਨ ਡਿਊਰਿੰਗ ਸਮਰ ਐਟ ਮੈਨੀ ਪਲੇਸਿਸ। ਪਲਸਿਸ ਦਾਲਾਂ, ਵੈਜੀਟੇਬਲ ਸਬਜ਼ੀਆਂ ਗਰਮੀਆਂ ਵਿੱਚ ਕਈ ਜਗ੍ਹਾ 'ਤੇ ਬੀਜੀਆਂ ਜਾਂਦੀਆਂ ਨੇ। ਸੋ ਫਸਲਾਂ ਦੀਆਂ ਵੰਡਾਂ ਦੇ ਬਾਰੇ ਵਿਦਿਆਰਥੀ ਤੁਹਾਨੂੰ ਪਤਾ ਲੱਗਿਆ ਹੋਵੇਗਾ। ਦੋ ਤਰ੍ਹਾਂ ਦੀਆਂ ਫਸਲਾਂ, ਹਾੜੀ ਅਤੇ ਸੋਣੀ ਦੀਆਂ ਫਸਲਾਂ। ਖਰੀਫ ਹਾੜੀ ਦੀਆਂ ਫਸਲਾਂ, ਰੱਬੀ ਸੋਣੀ ਦੀਆਂ ਫਸਲਾਂ। ਬੇਸਿਕ ਪ੍ਰੈਕਟਿਸਿਸ ਆਫ ਕਰੋਪ ਪ੍ਰੋਡਕਸ਼ਨ। ਹੁਣ ਕਰੋਪ ਨੂੰ ਅਸੀਂ ਫਸਲ ਨੂੰ ਪੈਦਾ ਕਰਨਾ ਹੈ ਤਾਂ ਕਿਹੜੇ ਉਹਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ। ਵਾਈ ਕੈਨ ਪੈਡੀ ਨੋਟ ਬੀ ਗਰੋਨ ਇਨ ਦਾ ਵਿੰਟਰ ਸੀਜ਼ਨ। ਪਹੇਲੀ ਨੇ ਕਿਹਾ ਵੀ ਜੋ ਝੋਨਾ ਹੈ ਉਹਨੂੰ ਅਸੀਂ ਕੀ ਕਾਰਨ ਹੈ ਸਰਦੀਆਂ ਵਿੱਚ ਨਹੀਂ ਬੀਜ ਸਕਦੇ। ਪੈਡੀ ਰਿਕੁਆਇਰ ਏ ਲੋਟ ਆਫ ਵਾਟਰ, ਸੋ ਇਟ ਇਜ਼ ਗਰੋਨ ਓਨਲੀ ਇਨ ਦਾ ਰੇਨੀ ਸੀਜ਼ਨ। ਤੋ ਬੂਜੋ ਨੇ ਕਿਹਾ ਵੀ ਪੈਡੀ ਜੋ ਹੈ, ਝੋਨੇ ਦੀ ਫਸਲ ਹੈ, ਇਹਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਉਹਨੂੰ ਅਸੀਂ ਵਰਖਾ ਰੁੱਤ ਵਿੱਚ ਬੀਜਦੇ ਹਾਂ। ਕਲਟੀਵੇਸ਼ਨ ਆਫ ਕਰੋਪ ਇਨਵੋਲਵ ਸੈਵਰਲ ਐਕਟੀਵਿਟੀਜ਼। ਹੁਣ ਫਸਲ ਨੂੰ ਬੀਜਣਾ ਹੈ ਵਿਦਿਆਰਥੀਓ, ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਨੀਆਂ ਪੈਣੀਆਂ। ਫਾਰਮਰ ਜੋ ਕਰਦੇ ਨੇ, ਜਿਸ ਤਰ੍ਹਾਂ ਕਾਫੀ ਟਾਈਮ ਲੱਗਦਾ ਹੈ। ਯੂ ਮੇ ਫਾਈਂਡ ਡੈਟ ਥੀਜ਼ ਐਕਟੀਵਿਟੀਜ਼ ਆਰ ਸਿਮਿਲਰ ਟੂ ਦੋਜ਼ ਕੈਰੀਡ ਆਊਟ ਬਾਏ ਗਾਰਡਨਰ ਔਰ ਈਵਨ ਬਾਈ ਯੂ ਵੈਨ ਯੂ ਗਰੋ ਔਰਨਾਮੈਂਟਲ ਪਲਾਂਟ ਇਨ ਯੂਰ ਹਾਊਸ। ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਘਰ ਦੇ ਵਿੱਚ ਬਗੀਚਾ ਤੁਸੀਂ ਲਗਾਉਂਦੇ ਹੋ, ਗਮਲਾ ਬੀਜਦੇ ਹੋ ਜਾਂ ਮਾਲੀ ਪੌਦੇ ਲਗਾਉਂਦਾ ਹੈ, ਉਸੇ ਤਰ੍ਹਾਂ ਹੀ ਕਿਸਾਨ ਕਰਦਾ ਹੈ। ਥੀਜ਼ ਐਕਟੀਵਿਟੀ ਔਰ ਟਾਸਕ ਆਰ ਰੈਫਰਡ। ਇਹ ਜੋ ਐਕਟੀਵਿਟੀਜ਼ ਹੁੰਦੀਆਂ ਨੇ ਇਹਨੂੰ ਅਸੀਂ ਕਹਿ ਦਿੰਦੇ ਹਾਂ ਐਗਰੀਕਲਚਰ ਪ੍ਰੈਕਟਿਸਿਸ, ਖੇਤੀਬਾੜੀ ਨਾਲ ਜੁੜੀਆਂ ਹੋਈਆਂ ਕਿਰਿਆਵਾਂ। ਤਾਂ ਇਹਦੇ ਵਿੱਚ ਕੀ ਆਉਂਦਾ ਹੈ, ਪ੍ਰੈਪਰੇਸ਼ਨ ਆਫ ਸੋਇਲ, ਮਿੱਟੀ ਤਿਆਰ ਕਰਨਾ, ਸੋਇੰਗ ਬੀਜ ਬੀਜਣਾ, ਐਡਿੰਗ ਮਨਿਓਰ ਐਂਡ ਫਰਟੀਲਾਈਜ਼ਰ, ਰੂੜੀ ਖਾਦ ਅਤੇ ਰਸਾਇਣਿਕ ਖਾਦ ਪਾਉਣਾ, ਇਰੀਗੇਸ਼ਨ ਪਾਣੀ ਲਾਉਣਾ, ਸਿੰਚਾਈ ਕਰਨਾ, ਪ੍ਰੋਟੈਕਸ਼ਨ ਫਰੋਮ ਵੀਡ, ਨਦੀਨਾਂ ਤੋਂ ਬਚਾਉਣਾ, ਹਾਰਵੈਸਟਿੰਗ ਪੱਕੀ ਫਸਲ ਨੂੰ ਕੱਟਣਾ, ਸਟੋਰੇਜ ਭੰਡਾਰਨ, ਫਸਲ ਜਦੋਂ ਕੱਟ ਲਈ ਉਹਦੇ ਉੱਤੋਂ ਦਾਣੇ ਕੱਢ ਕੇ ਉਹਨਾਂ ਨੂੰ ਸਾਫ਼ ਕਰਕੇ ਸੰਭਾਲ ਕੇ ਰੱਖਣਾ। ਸੋ ਫਸਟ ਹੇਅਰ ਇਜ਼ ਦਾ ਪ੍ਰੈਪਰੇਸ਼ਨ ਆਫ ਸੋਇਲ। ਮਿੱਟੀ ਤਿਆਰ ਕਰਨਾ ਸਭ ਤੋਂ ਵੱਡਾ ਅਤੇ ਮੇਨ ਸਟੈਪ ਹੈ।
One of the most important tasks in agriculture is to turn soil into loosen it। पहले मिट्टी जो हार्ड होंगी उन्होंने ढिला करना, बिखेरना। दिस अलो द रूट ऑफ द पेनीट्रेट डीप इंटू सॉइल। सो इस वजह के नाल मिट्टी दे विच प्लांट दियाँ जड़ां ज़्यादा गहराई च चली जांदियां ने। लूज सॉइल जो ढिली मिट्टी है ਉਹਦੇ ਵਿੱਚ ਜੜ੍ਹਾਂ ਜਿਹੜੀਆਂ ਨੇ ਸਾਹ ਆਰਾਮ ਨਾਲ ਲੈ ਸਕਦੀਆਂ ਨੇ ਅਤੇ ਜ਼ਮੀਨ ਦੇ ਵਿੱਚ ਜ਼ਿਆਦਾ ਅੰਦਰ ਤੱਕ ਚਲੀ ਜਾਂਦੀਆਂ ਨੇ। ਡੀਪ ਇਨਟੂ ਸੋਇਲ। ਵਾਈ ਡਜ਼ ਦਾ ਲੂਜ਼ਿੰਗ ਆਫ ਸੋਇਲ ਅਲਾਉ ਦਾ ਰੂਟ ਟੂ ਬਰੀਥ ਈਜ਼ਲੀ। ਹੁਣ ਮਿੱਟੀ ਨੂੰ ਵਿਦਿਆਰਥੀਓ ਜਦੋਂ ਢਿੱਲਾ ਕਰਦੇ ਹਾਂ ਅਤੇ ਮਿੱਟੀ ਜੋ ਹੈ ਉਹਦੇ ਵਿੱਚ ਜੜ੍ਹਾਂ ਨੂੰ ਕਿਸ ਤਰ੍ਹਾਂ ਸਾਹ ਵਧੀਆ ਤਰੀਕੇ ਨਾਲ ਆਉਂਦਾ ਹੈ। ਜੋ ਲੂਜ਼ਨ ਸੋਇਲ ਹੈ ਹੈਲਪ ਇਨ growth of earthworm micro present in the soil. These organisms are friend of farmer since they further turn and loosen the soil and add humus to it. Why does the soil need to be turned and loosened? ਸੋ ਮਿੱਟੀ ਦੇ ਨੀਚੇ ਗੰਡੋਏ ਹੁੰਦੇ ਨੇ, ਸੂਖਮ ਜੀਵ ਹੁੰਦੇ ਨੇ। ਜਦੋਂ ਮਿੱਟੀ ਨੂੰ ਅਸੀਂ ਹਲ ਦੇ ਨਾਲ ਪੱਟਦੇ ਹਾਂ, ਉਹਨੂੰ ਬਾਂਹਦੇ ਹਾਂ ਮਿੱਟੀ ਨੂੰ, ਅਤੇ ਉਹ ਬਾਹਰ ਆ ਜਾਂਦੇ ਨੇ, ਮਿੱਟੀ ਨੂੰ ਪੋਲਾ ਕਰ ਦਿੰਦੇ ਨੇ ਅਤੇ ਉਹਦੇ ਵਿੱਚ ਹਵਾ ਦਾ ਆਦਾਨ ਪ੍ਰਦਾਨ ਸੌਖਾ ਹੋ ਜਾਂਦਾ ਹੈ। ਯੂ ਹੈਵ ਲਰਨਡ ਇਨ ਪ੍ਰੀਵੀਅਸ ਕਲਾਸਿਸ ਡੈਟ ਦਾ ਸੋਇਲ ਕੰਟੇਨ ਮਿਨਰਲ। ਤੁਹਾਨੂੰ ਪਤਾ ਹੈ ਵਿਦਿਆਰਥੀਓ ਮਿੱਟੀ ਦੇ ਵਿੱਚ ਖਣਿਜ ਪਦਾਰਥ, ਵਾਟਰ ਪਾਣੀ, ਹਵਾ, ਏਅਰ, ਸਮ ਲਿਵਿੰਗ ਔਰਗਨਿਜ਼ਮ। ਇਨ ਐਡੀਸ਼ਨ ਇਹਦੇ ਨਾਲ ਕੀ ਹੁੰਦਾ ਹੈ, ਡੈਡ ਪਲਾਂਟ ਮ੍ਰਿਤ ਪੌਦੇ, ਮਰੇ ਹੋਏ ਜਾਨਵਰ, ਡੀਕੰਪੋਜ਼ ਬਾਏ ਸੋਇਲ ਔਰਗਨਿਜ਼ਮ ਜੋ ਇਹਨਾਂ ਨੂੰ ਤੋੜ ਦਿੰਦੇ ਨੇ ਛੋਟੇ ਛੋਟੇ ਭਾਗਾਂ ਦੇ ਵਿੱਚ। In this way the various nutrient held in the dead organism are released back into the soil। ਜੋ ਮਰੇ ਹੋਏ ਜੀਵ ਹੁੰਦੇ ਨੇ, ਚਾਹੇ ਪੌਦੇ ਹੋਣ ਚਾਹੇ ਜਾਨਵਰ ਹੋਣ, ਤਾਂ ਜੋ ਮ੍ਰਿਤ ਜੀਵੀ ਜੋ ਹੁੰਦੇ ਨੇ ਸੂਖਮ ਜੀਵ, ਉਹਨਾਂ ਦੇ ਵਿੱਚੋਂ ਉਹ ਪੋਸ਼ਕ ਤੱਤ ਕੱਢ ਕੇ ਜ਼ਮੀਨ ਦੇ ਵਿੱਚ ਪਾ ਦਿੰਦੇ ਨੇ। ਸੋ ਨਿਊਟਰੀਐਂਟ ਫਿਰ ਜ਼ਮੀਨ ਦੇ ਵਿੱਚ ਚਲੇ ਜਾਂਦੇ ਨੇ ਅਤੇ ਉਹ ਪਲਾਂਟ ਉਹਨੂੰ ਸੋਖ ਲੈਂਦੇ ਨੇ। Since only a few centimeter of the top layer of soil support plant growth, turning and losing of soil bring the nutrient rich soil to top so that the plant can use these nutrient। ਸੋ ਕੁਛ ਸੈਂਟੀਮੀਟਰ ਤੱਕ ਜੋ ਮਿੱਟੀ ਦੀ ਪਰਤ ਹੁੰਦੀ ਹੈ ਉਹਦੇ ਵਿੱਚ ਹੀ ਜੋ ਖਣਿਜ ਪਦਾਰਥ ਹੁੰਦੇ ਨੇ ਉਹਦੇ ਵਿੱਚ ਹੀ ਫਸਲ ਪੈਦਾ ਹੁੰਦੀ ਹੈ। ਸੋ ਅਸੀਂ ਮਿੱਟੀ ਨੂੰ ਪੱਟਦੇ ਹਾਂ ਤਾਂ ਮਿੱਟੀ ਜਿਹੜੀ ਹੈ ਹੇਠਲੀ ਮਿੱਟੀ ਉੱਪਰ ਚਲੀ ਜਾਂਦੀ ਹੈ, ਉੱਪਰਲੀ ਹੇਠਾਂ ਆ ਜਾਂਦੀ ਹੈ। ਉਹਦੇ ਨਾਲ ਜੋ ਮਿੱਟੀ ਦੇ ਵਿੱਚ ਜੋ ਨਿਊਟਰੀਐਂਟ ਨੇ ਉਹ ਫੈਲ ਜਾਂਦੇ ਨੇ ਚੰਗੀ ਤਰ੍ਹਾਂ ਅਤੇ ਪੌਦਾ ਉਹਨੂੰ ਆਰਾਮ ਨਾਲ ਸੋਖ ਸਕਦਾ ਹੈ। ਦਸ ਟਰਨਿੰਗ ਐਂਡ ਲੂਜ਼ਿੰਗ ਆਫ ਸੋਇਲ ਇਜ਼ ਵੈਰੀ ਇੰਪੋਰਟੈਂਟ। ਸੋ ਇਹ ਬਹੁਤ ਜ਼ਰੂਰੀ ਚੀਜ਼ ਹੈ। ਪ੍ਰੋਸੈਸ ਆਫ ਲੂਜ਼ਨਿੰਗ ਐਂਡ ਟਰਨਿੰਗ ਆਫ ਸੋਇਲ ਇਜ਼ ਕਾਲਡ ਟਿਲਿੰਗ ਐਂਡ ਪਲੋਇੰਗ। ਮਿੱਟੀ ਨੂੰ ਢਿੱਲਾ ਕਰਨਾ ਅਤੇ ਇਹਨੂੰ ਪਲਟਣਾ, ਇਹਨੂੰ ਟਿਲਿੰਗ ਜਾਂ ਪਲੋਇੰਗ ਹਲ ਵਾਹੁਣਾ ਕਹਿੰਦੇ ਨੇ। ਦਿਸ ਇਜ਼ ਡਨ ਬਾਏ ਯੂਜ਼ਿੰਗ ਪਲੋਜ। ਇਹਨੂੰ ਹਲ ਕਹਿੰਦੇ ਨੇ। ਪਲੋ ਜੋ ਹੈ ਇਹ ਬਣਿਆ ਹੁੰਦਾ ਹੈ ਪੁਰਾਣੇ ਜ਼ਮਾਨੇ ਵਿੱਚ ਲੱਕੜ ਦੇ ਨਾਲ ਲੋਹੇ ਦਾ ਇੱਕ ਲਗਾਇਆ ਹੁੰਦਾ ਸੀ ਟੂਲ, ਜਿਹਨੂੰ ਅਸੀਂ ਇੱਕ ਫਾਲਾ ਕਹਿ ਦਿੰਦੇ ਸੀ। ਉਹਨੂੰ ਮਿੱਟੀ ਵਿੱਚ ਧੱਸਦੇ ਸੀ ਅਤੇ ਪਸ਼ੂ ਜੋ ਹੈ ਹਲ ਨੂੰ ਪੰਜਾਲੀ ਜੋੜ ਕੇ ਪਸ਼ੂ ਨੂੰ ਖਿੱਚਦੇ ਸੀ। ਪਿੱਛੋਂ ਕਿਸਾਨ ਪਸ਼ੂਆਂ ਨੂੰ ਸੋਟੀ ਮਾਰਦਾ ਸੀ ਅਤੇ ਜ਼ਮੀਨ ਵਾਹੁੰਦੇ ਜਾਂਦੇ ਸੀ। ਇਫ ਦਾ ਸੋਇਲ ਇਜ਼ ਵੈਰੀ ਡਰਾਈ, ਜੇ ਜ਼ਮੀਨ ਸੁੱਕੀ ਹੈ, ਇਟ ਮੇ ਨੀਡ ਵਾਟਰਿੰਗ ਬਿਫੋਰ ਪਲੋਇੰਗ। ਤਾਂ ਮਿੱਟੀ ਨੂੰ ਵਾਹੁਣ ਤੋਂ ਪਹਿਲਾਂ ਸਾਨੂੰ ਉਹਨੂੰ ਪਾਣੀ ਲਾਉਣਾ ਪਵੇਗਾ। ਦ ਪਲੋਡ ਫੀਲਡ ਮੇ ਹੈਵ ਬਿਗ ਪੀਸਿਸ ਆਫ ਸੋਇਲ ਡੈਟ ਇਜ਼ ਕਾਲਡ ਕਰੰਬ। ਵੱਡੇ ਵੱਡੇ ਢੇਲੇ ਮਿੱਟੀ ਦੇ ਬਣ ਜਾਂਦੇ ਨੇ ਜਦੋਂ ਮਿੱਟੀ ਨੂੰ ਅਸੀਂ ਪੱਟਦੇ ਹਾਂ। ਇਟ ਇਜ਼ ਵੈਰੀ ਨੈਸੈਸਰੀ ਟੂ ਬ੍ਰੇਕ। ਫਿਰ ਇਹਨਾਂ ਨੂੰ ਛੋਟਾ ਤੋੜਨਾ ਜ਼ਰੂਰੀ ਹੈ। ਫੀਲਡ ਇਜ਼ ਲੈਵਲਡ ਫਾਰ ਸੋਇੰਗ ਐਜ਼ ਵੈਲ ਐਜ਼ ਫਾਰ ਇਰੀਗੇਸ਼ਨ ਪ੍ਰੋਸੈਸ। ਫਿਰ ਜਦੋਂ ਮਿੱਟੀ ਨੂੰ ਵਾਹ ਦਿੰਦੇ ਹਾਂ ਫਿਰ ਉਹ 'ਤੇ ਸੁਹਾਗਾ ਫੇਰਿਆ ਜਾਂਦਾ ਹੈ, ਉਹ ਮਿੱਟੀ ਨੂੰ ਲੈਵਲ ਕਰ ਦਿੰਦਾ ਹੈ, ਬੀਜ ਨੂੰ ਫਿਰ ਪਾਇਆ ਜਾਂਦਾ ਹੈ। ਲੇਬਲਿੰਗ ਆਫ ਸੋਇਲ ਡਨ ਵਿਦ ਦ ਹੈਲਪ ਆਫ ਲੈਵਲਰ। ਲੈਵਲਰ ਹੁੰਦਾ ਜਿਹਨੂੰ ਸੁਹਾਗਾ ਕਹਿ ਦਿੰਦੇ ਨੇ। ਇੱਕ ਇਹ ਬੇਸਿਕਲੀ ਲੱਠਾ ਹੁੰਦਾ ਲੱਕੜੀ ਦਾ ਕਾਫੀ ਭਾਰਾ, ਇਹਨੂੰ ਟਰੈਕਟਰ ਦੇ ਨਾਲ ਜਾਂ ਪਸ਼ੂਆਂ ਨਾਲ ਜੋੜ ਕੇ ਫੇਰਿਆ ਜਾਂਦਾ ਪੂਰੇ ਖੇਤ ਦੇ ਵਿੱਚ। ਸਮ ਟਾਈਮ ਮੈਨਿਓਰ ਇਜ਼ ਐਡਡ ਟੂ ਸੋਇਲ ਬਿਫੋਰ ਟਿਲਿੰਗ। ਕਈ ਵਾਰ ਕੀ ਕੀਤਾ ਜਾਂਦਾ ਹੈ, ਤੁਸੀਂ ਦੇਖਿਆ ਹੋਣਾ ਵਿਦਿਆਰਥੀਓ, ਜੋ ਰੂੜੀ ਹੁੰਦੀ ਹੈ ਉਹਨੂੰ ਟਰੈਕਟਰ ਵਿੱਚ ਭਰ ਕੇ ਟਰਾਲੀ ਦੇ ਵਿੱਚ ਲੈ ਜਾਂਦੇ ਨੇ ਅਤੇ ਟੋਕਰੀਆਂ ਦੇ ਨਾਲ ਖੇਤ ਵਿੱਚ ਖਿਲਾਰ ਦਿੰਦੇ ਨੇ ਮਜ਼ਦੂਰ। ਫਿਰ ਉਹਦੇ ਬਾਅਦ ਟਰੈਕਟਰ ਦੇ ਨਾਲ ਜੋ ਜ਼ਮੀਨ ਨੂੰ ਵਾਹਿਆ ਜਾਂਦਾ ਹੈ। ਸੋ ਜ਼ਮੀਨ ਨੂੰ ਜਦੋਂ ਵਾਹਿਆ ਜਾਂਦਾ ਹੈ ਅਤੇ ਉਹਦੇ ਨਾਲ ਜੋ ਖਾਦ ਹੈ ਮਿੱਟੀ 'ਚ ਰਲ ਜਾਂਦੀ ਹੈ। ਸੋ ਉਹਦੇ ਬਾਅਦ ਨੈਕਸਟ ਆਉਂਦਾ ਹੈ ਐਗਰੀਕਲਚਰ ਇੰਪਲੀਮੈਂਟਸ। ਬਿਫੋਰ ਸੋਇੰਗ ਦਾ ਸ਼ੀਡ ਇਟ ਇਜ਼ ਨੈਸੈਸਰੀ ਟੂ ਬ੍ਰੇਕ ਸੋਇਲ ਡੰਪ ਟੂ ਸਾਈਜ਼ ਟੂ ਗ੍ਰੇਨ ਟੂ ਗੈਟ ਬੈਟਰ ਜੀਲਡ।
This is done with the help of various tool. ਸੋ ਐਗਰੀਕਲਚਰ ਇੰਪਲੀਮੈਂਟਸ ਦਾ ਮੀਨਿੰਗ ਹੈ ਜੋ ਖੇਤੀਬਾੜੀ ਦੇ ਸੰਦ ਨੇ ਉਹਨੂੰ ਇੰਪਲੀਮੈਂਟਸ ਕਹਿੰਦੇ ਨੇ। ਮਿੱਟੀ ਕਾਫੀ ਮੋਟੀ ਸਖਤ ਹੈ, ਉਹਨੂੰ ਛੋਟੀ ਛੋਟੀ ਤੋੜਨਾ ਹੈ, ਬਰੀਕ ਕਰਨਾ ਹੈ ਤਾਂ ਕਿ ਪੌਦਾ ਉਹਦੇ ਵਿੱਚ ਪੁੰਗਰ ਸਕੇ, ਉਹਦੇ ਵਿੱਚ ਜੋ ਬੀਜ ਹੈ ਉਹ ਜਰਮੀਨੇਟ ਹੋ ਸਕੇ। ਦਿਸ ਇਜ਼ ਡਨ ਵਿਦ ਦਾ ਟੂਲ। ਦਾ ਮੇਨ ਟੂਲ ਯੂਜ਼ ਇਹਦੇ ਵਿੱਚ ਕਿਹੜੇ ਨੇ? ਪਲੋ ਜਿਹਨੂੰ ਹਲ ਕਹਿੰਦੇ ਨੇ, ਹੋ ਐਂਡ ਕਲਟੀਵੇਟਰ। ਸੋ ਇਹ ਟੂਲਸ ਹੁੰਦੇ ਨੇ। ਪਲੋ ਹਲ ਹੈ ਜੋ ਕਾफ़ी ਪੁਰਾਣੇ ਸਮੇਂ ਤੋਂ ਯੂਜ਼ ਕੀਤਾ ਜਾਂਦਾ। ਇੰਸਟੈਂਸ ਟਾਈਮ ਫਾਰ ਟਿਲਿੰਗ ਆਫ ਸੋਇਲ, ਐਡਿੰਗ ਫਰਟੀਲਾਈਜ਼ਰ ਟੂ ਕ੍ਰੌਪ, ਰਿਮੂਵਿੰਗ ਦਾ ਬੀਡ, ਸਕ੍ਰੈਪਿੰਗ ਆਫ ਸੋਇਲ। ਦਿਸ ਇੰਪਲੀਮੈਂਟ ਮੇਡ ਆਫ ਵੁੱਡ ਐਂਡ ਡਰਾਨ ਬਾਈ ਪੇਅਰ ਆਫ ਬੁੱਲ ਔਰ ਐਨੀਮਲ, ਜਿਹਨੂੰ ਹਲ ਕਹਿੰਦੇ ਨੇ। ਹਲ ਕੀ ਹੁੰਦਾ ਸੀ? ਲੱਕੜ ਦਾ ਬਣਿਆ ਸੀ, ਇਹਨੂੰ ਫਾਲਾ ਲੱਗਿਆ ਹੁੰਦਾ ਸੀ, ਅਪਰ ਹੈਂਡਲ ਹੁੰਦਾ ਸੀ ਜਿਹਨੂੰ ਕਿਸਾਨ ਫੜਦਾ ਸੀ, ਅਤੇ ਦੋ ਨਾਲ ਪਸ਼ੂ ਜੋੜ ਦਿੱਤੇ ਜਾਂਦੇ ਸੀ, ਸਾਂਢ ਜਾਂ ਘੋੜੇ ਜਾਂ ਊਂਠ ਦੇ ਨਾਲ ਖੇਤੀ ਕੀਤੀ ਜਾਂਦੀ ਸੀ। ਸੋ ਇਹਦੇ ਵਿੱਚ ਸਟਰੋਂਗ ਟਰਾਇੰਗੂਲਰ ਆਇਰਨ ਸਟਿਪ ਹੁੰਦੀ ਸੀ ਜਿਹਨੂੰ ਪਲੋ ਸ਼ੇਅਰ ਕਹਿੰਦੇ ਸੀ। ਨੀਚੇ ਦੱਸਿਆ ਹੋਏਗਾ ਤੁਹਾਨੂੰ ਇਸ ਤਰ੍ਹਾਂ ਦਾ, ਇਹਨੂੰ ਫਾਲਾ ਕਹਿੰਦੇ ਨੇ। ਮੇਨ ਪਾਰਟ ਆਫ ਪਲੋ ਇਜ਼ ਲੌਂਗ। ਉੱਪਰ ਜੋ ਲੱਕੜੀ ਦਾ ਲੱਠਾ ਹੁੰਦਾ ਸੀ ਜੋ ਕਿ ਪਲੋ ਸ਼ਾਫਟ ਹੈ, ਇਹ 'ਚ ਇੱਕ ਹੈਂਡਲ ਹੁੰਦਾ ਸੀ। ਐਂਡ ਅਦਰ ਐਂਡ ਇਜ਼ ਅਟੈਚ ਟੂ ਦਾ ਏ ਬੀਮ ਵਿਚ ਇਜ਼ ਪਲੇਸਡ ਆਫ ਦਾ ਬੁੱਲ ਨੈਕ। ਦੂਸਰੇ ਨੂੰ ਜੋ ਹਲ ਦਾ ਦੂਸਰਾ ਹਿੱਸਾ ਜੋ ਹੈ ਕਿਸਾਨ ਦੀ ਗਰਦਨ 'ਤੇ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਤੁਸੀਂ ਇੱਥੋਂ ਦੇਖ ਸਕਦੇ ਹੋ, ਇਹ ਹਲ ਹੈ, ਇਹਦਾ ਹਿੱਸਾ ਗਰਦਨ ਦੇ ਨਾਲ ਅਟਕਾਇਆ ਹੋਇਆ ਹੈ, ਇਹ ਪੰਜਾਲੀ ਬਣਾ ਕੇ ਇਹਨਾਂ ਜੋੜਿਆ ਹੋਇਆ ਹੈ। ਅਤੇ ਇਹ ਹਲ ਦੇ ਅਲੱਗ-ਅਲੱਗ ਹਿੱਸੇ ਨੇ, ਦੇਖ ਸਕਦੇ ਹੋ। ਪਲੋ ਸ਼ੇਅਰ ਇਹ ਸ਼ਾਫਟ ਹੈ, ਇਹਦੇ ਵਿੱਚ ਪੰਜਾਲੀ ਫਸਾਈ ਜਾਂਦੀ ਹੈ। ਇਸ ਤਰ੍ਹਾਂ ਇਹ ਪੂਰਾ ਬੀਮ ਹੈ। ਹੋ ਕੀ ਹੈ? एक सिंपल टूल है which is used for removing weed, for loosening of soil. It has a long rod of wood or iron. It is strong, broad and bent plate of iron fixed to the one of its end. So fixed to one of its end and work like a blade. This is pulled by animal. So एक हो है, ये भी एक हल ਦੀ किस्म है। ਇਹਨੂੰ ਜੋ ਜਾਨਵਰ ਹੀ ਖਿੱਚਦੇ ਸੀ। ਇਹਦਾ ਥੋੜ੍ਹਾ ਫਾਲਾ ਹੋਰ ਤਰੀਕੇ ਦਾ ਹੈ। ਇਹ ਗ੍ਰਿਪ ਇੱਥੋਂ ਫੜਦੇ ਆ ਹੈਂਡਲ ਦੇ ਨਾਲ ਅਤੇ ਇੱਥੇ ਪਸ਼ੂਆਂ ਨੂੰ ਜੋੜਿਆ ਜਾਂਦਾ ਹੈ। ਉਹਦੇ ਬਾਅਦ ਅਗਲਾ ਟੂਲ ਆਉਂਦਾ ਹੈ ਕਲਟੀਵੇਟਰ। ਕਲਟੀਵੇਟਰ ਜੋ ਹੈ ਇਹਨੂੰ ਟਰੈਕਟਰ ਦੇ ਨਾਲ ਹੁਣ ਜੋੜਿਆ ਜਾਂਦਾ ਹੈ। ਹਲ ਜੋ ਹੈ ਟਰੈਕਟਰ ਡਰੀਵਨ ਜੋੜਿਆ ਗਿਆ ਕਲਟੀਵੇਟਰ। ਇਹ ਪਿੱਛੇ ਕਲਟੀਵੇਟਰ ਜੋੜਿਆ ਟਰੈਕਟਰ ਦੇ ਨਾਲ। ਇਹਦਾ ਯੂਜ਼ ਹੈ, ਇਹਦੇ ਨਾਲ ਇੱਕ ਤਾਂ ਮਿਹਨਤ ਘੱਟ ਲੱਗਦੀ ਹੈ, ਇੱਕ ਟਾਈਮ ਘੱਟ ਲੱਗਦਾ ਹੈ, ਪਸ਼ੂਆਂ ਦੀ ਲੋੜ ਨਹੀਂ ਹੈ, ਜਲਦੀ ਮਸ਼ੀਨ ਹੈ, ਜਲਦੀ ਖੇਤ ਵਾਹ ਦਿੰਦੀ ਕਿੱਲਿਆਂ ਦੇ ਕਿੱਲੇ। ਉਹਦੇ ਬਾਅਦ ਆਉਂਦਾ ਹੈ ਸੋਇੰਗ, ਬੀਜ ਬੀਜਣਾ। ਬਹੁਤ ਇੰਪੋਰਟੈਂਟ ਹਿੱਸਾ ਹੈ ਕ੍ਰੌਪ ਪ੍ਰੋਡਕਸ਼ਨ ਦਾ। ਬਿਫੋਰ ਸੋਇੰਗ ਗੁੱਡ ਕੁਆਲਿਟੀ ਆਫ ਸ਼ੀਡ ਆਰ ਸਿਲੈਕਟਡ। ਗੁੱਡ ਕੁਆਲਿਟੀ ਆਫ ਸ਼ੀਡ ਆਰ ਕਲੀਨ ਹੈਲਥੀ ਸ਼ੀਡ ਔਰ ਗੁੱਡ ਵਰਾਇਟੀ। ਸੋ ਬੀਜ ਬੀਜਣ ਤੋਂ ਪਹਿਲੇ ਜੋ ਬੀਜ ਹੈ ਚੰਗੇ ਸਿਹਤਮੰਦ ਹੋਣੇ ਚਾਹੀਦੇ ਨੇ, ਸਾਫ਼ ਹੋਣੇ ਚਾਹੀਦੇ ਨੇ, ਉਹ ਚੰਗੀ ਕੁਆਲਿਟੀ ਦੇ ਹੋਣ ਤਾਂ ਹੀ ਫਸਲ ਚੰਗੀ ਹੋਏਗੀ। ਫਾਰਮਰ ਜੋ ਹੈ ਪ੍ਰੈਫਰ ਕਰਦੇ ਨੇ ਜਿਹੜੇ ਸ਼ੀਡ ਯੂਜ਼ ਕਰਨੇ ਨੇ ਜੋ ਕਿ ਜ਼ਿਆਦਾ ਫਸਲ ਦੇਣ। ਕਿਸਾਨ ਉਹ ਬੀਜ ਜ਼ਿਆਦਾ ਬੀਜਦੇ ਨੇ। ਸਿਲੈਕਸ਼ਨ ਆਫ ਸ਼ੀਡ, ਹੁਣ ਬੀਜ ਨੂੰ ਕਿੱਦਾਂ ਬੱਚਿਓ ਸਿਲੈਕਟ ਕਰਨਾ ਹੈ। ਵਨ ਡੇ ਆਈ ਸਾ ਮਾਈ ਮਦਰ ਪੁੱਟ ਸਮ ਗ੍ਰਾਮ ਸ਼ੀਡ ਇਨ ਵੈਸਲ and pour some water on them. After a few minutes some seed started on float on and I wonder why some seed float on water. एक दिन मैं देखिया पहली कह रही कि मेरे माता जी ने एक बैसल ਦੇ ਵਿੱਚ ਪਾਣੀ ਪਾਇਆ, ਫਿਰ ਉਹ 'ਚ ਬੀਜ ਪਾਤੇ, ਕੁਛ ਬੀਜ ਪਾਣੀ ਦੇ ਉੱਪਰ ਤੈਰਨਾ ਸ਼ੁਰੂ ਹੋ ਗਏ। ਮੈਂ ਹੈਰਾਨ ਸੀ ਉਹ ਬੀਜ ਕਿਉਂ ਤੈਰ ਰਹੇ ਸੀ, ਇਹਦਾ ਕੀ ਕਾਰਨ ਸੀ। ਸੋ ਇਹਦੇ ਵਾਸਤੇ ਵੀ ਤੁਸੀਂ ਕਰ ਸਕਦੇ ਹੋ, ਪਾਣੀ ਦਾ ਬੀਕਰ ਲਓ, ਟੇਕ ਬੀਕਰ ਹਾਫ ਬੀਕਰ, ਉਹਦੇ ਵਿੱਚ ਕੁਛ ਬੀਟ ਦੇ ਦਾਣੇ ਪਾਓ, ਫਿਰ ਕੁਛ ਦੇਰ ਇੰਤਜ਼ਾਰ ਕਰੋ। ਆਰ ਦੇਅਰ ਸ਼ੀਡ ਵਿੱਚ ਫਲੋਟ ਔਨ ਵਾਟਰ ਵੁੱਡ ਦੋਜ਼ ਵੀ ਲਾਈਟਰ ਔਰ ਹੈਵੀਅਰ ਦੈਨ ਦੋਜ਼ ਵਿੱਚ ਸਿੰਕ। ਵਾਈ ਵੁੱਡ ਦੇ ਵੀ ਲਾਈਟਰ? ਡੈਮੇਜ ਸ਼ੀਡ ਬਿਕਮ ਹੋਲੋ ਐਂਡ ਆਰ ਥਸ ਲਾਈਟਰ ਐਂਡ ਦੇ ਫਲੋਟ ਔਨ ਵਾਟਰ। ਹੁਣ ਐਕਟੀਵਿਟੀ ਵਿੱਚ ਦੱਸਿਆ ਹੋਇਆ ਵੀ ਜਦੋਂ ਅਸੀਂ ਬੀਕਰ 'ਚ ਪਾਣੀ ਪਾਇਆ, ਫਿਰ ਜਦੋਂ ਕਣਕ ਦੇ ਦਾਣੇ ਪਾਏ, ਕਈ ਦਾਣੇ ਉੱਪਰ ਤੈਰੇ, ਉਹ ਖੋਖਲੇ ਹੋ ਗਏ ਕਿਉਂਕਿ ਉਹਦੇ ਵਿੱਚ ਜੋ ਕੀੜਾ ਲੱਗਿਆ ਸੀ ਉਹਨੇ ਉਹਦਾ ਸਾਰਾ ਜੋ ਹਿੱਸਾ ਖਾ ਲਿਆ, ਤਾਂ ਉੱਪਰ ਤੈਰੇ। ਜਿਹੜੇ ਸਿਹਤਮੰਦ ਬੀਜ ਸੀ, ਦਾਣੇ ਸੀ ਕਣਕ ਦੇ, ਉਹ ਥੱਲੇ ਬੈਠ ਗਏ ਕਿਉਂਕਿ ਉਹ ਭਾਰੇ ਸੀ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਵੀ ਕਿਹੜਾ ਬੀਜ ਚੰਗਾ ਹੈ, ਕਿਹੜਾ ਮਾੜਾ ਹੈ। ਦਿਸ ਇਜ਼ ਦਾ ਗੁੱਡ ਮੈਥਡ ਫਾਰ ਸੈਪਰੇਟਿੰਗ ਗੁੱਡ ਹੈਲਥੀ ਸ਼ੀਡ ਫਰੋਮ ਦਾ ਡੈਮੇਜ ਵਨ। ਬਿਫੋਰ ਸੋਇੰਗ ਵਨ ਆਫ ਦਾ ਇੰਪੋਰਟੈਂਟ ਟਾਸਕ ਇਜ਼ ਨੋ ਅਬਾਊਟ ਦਾ ਟੂਲ ਯੂਜ਼ ਫਾਰ ਸੋਇੰਗ ਸ਼ੀਡ। ਸੋ ਇਹ ਬਹੁਤ ਜ਼ਰੂਰੀ ਇੱਕ ਟਾਸਕ ਹੈ।
ਇਹ ਅਸੀਂ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਇੱਕ ਟੂਲ ਦੀ ਗੱਲ ਕੀਤੀ ਗਈ ਹੈ ਜੋ 1.2 ਫਿਗਰ 'ਚ ਹੈ, ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅਸੀਂ ਇਹਨੂੰ ਸ਼ੀਟ ਨੂੰ, ਇਹ ਹੁਣ ਇੱਕ ਕਿਸਾਨ ਨੇ ਹਲ ਫੜਿਆ, ਦੂਸਰਾ ਬੀਜ ਪਾ ਰਿਹਾ, ਇਹਦੇ ਵਿੱਚ ਕਿਸ ਤਰ੍ਹਾਂ ਬੀਜ ਪਾ ਰਿਹਾ। ਸੋ ਹੇਅਰ ਇਜ਼ ਦਾ ਟ੍ਰੈਡੀਸ਼ਨਲ ਮੈਥਡ, ਪੁਰਾਣਾ ਤਰੀਕਾ। ਇਸ ਤਰੀਕੇ ਨਾਲ ਪਹਿਲੇ ਬੀਜ ਜੋ ਹੈ ਕਿਸਾਨ ਬੀਜਦਾ ਸੀ ਤੇ ਸੋ ਉਹਦੇ ਵਾਸਤੇ ਕੀ ਹੈ, ਸ਼ੀਡ ਡਰਿਲ। ਨੋ ਡੇ ਸ਼ੀਡ ਡਰਿਲ ਜੋ ਆ ਗਈ ਇਹਦੇ ਵਿੱਚ, ਯੂਜ਼ ਫਾਰ ਸੋਇੰਗ ਵਿਦ ਦਾ ਹੈਲਪ ਆਫ ਦਾ ਟਰੈਕਟਰ। ਦਿਸ ਟੂਲ ਸੋ ਦਾ ਸ਼ੀਡ ਯੂਨੀਫਾਰਮਲੀ ਐਟ ਪ੍ਰੋਪਰ ਡਿਸਟੈਂਸ ਐਂਡ ਡੈਪਥ। It ensures that the sheet get covered by soil after sowing, and this prevent the damage caused by weeds. Sowing by using the sheet drill save time and labor. ਸੋ ਇਹਦੇ ਵਿੱਚ ਡਰਿਲ ਦੀ ਗੱਲ ਕੀਤੀ ਗਈ ਹੈ। ਇਹ ਸ਼ੀਟ ਡਰਿਲ ਕੀ ਕਰਦਾ ਹੈ, ਜ਼ਮੀਨ ਦੇ ਵਿੱਚ ਡੀਪ ਇੱਕ ਡਰਿਲ ਕਰ ਦਿੰਦਾ ਹੈ, ਉਹ ਬੀਜ ਇੱਕ ਪ੍ਰੋਪਰ ਡੂੰਘਾਈ ਦੇ ਉੱਤੇ ਬੀਜਿਆ ਜਾਂਦਾ ਹੈ। ਇੰਨਾ ਕੁ ਟਾਈਮ ਬਚਦਾ ਹੈ ਕਿਉਂਕਿ ਮਸ਼ੀਨ ਕੰਮ ਕਰ ਰਹੀ ਹੈ, ਨਾਲ ਫਸਲ ਚੰਗੀ ਹੁੰਦੀ ਹੈ। ਇਹ ਸ਼ੀਟ ਡਰਿਲ ਹੈ, ਇਹ ਤੁਸੀਂ ਦੇਖ ਸਕਦੇ। ਇਹਦੇ ਵਿੱਚ ਉੱਤੋਂ ਦੀ ਬੀਜ ਪਾਏ ਜਾਣਗੇ, ਫਿਰ ਇਹ ਡਰਿਲ ਕਰ ਦੇਗਾ ਅਤੇ ਹੌਲੀ ਹੌਲੀ ਬੀਜ ਇਹਦੇ ਵਿੱਚ ਖਿਲਾਰੇ 'ਤੇ ਕਵਰ ਕੀਤੇ ਜਾਣਗੇ। ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਦੇਰ ਇਜ਼ ਏ ਨਰਸਰੀ ਨੀਅਰ ਮਾਈ ਸਕੂਲ। ਆਈ ਫਾਊਂਡ ਡੈਟ ਲਿਟਲ ਪਲਾਂਟ ਵਰ ਕੈਪਟ ਇਨ ਸਮਾਲ ਬੈਗ। ਵਾਈ ਆਰ ਦੇ ਕੈਪਟ ਲਾਈਕ ਦਿਸ। ਸੋ ਹੁਣ ਪਹੇਲੀ ਨੇ ਕਿਹਾ ਕਿ ਮੇਰੇ ਘਰ ਸਕੂਲ ਦੇ ਲਾਗੇ ਇੱਕ ਨਰਸਰੀ ਆ, ਉਹਦੇ ਵਿੱਚ ਛੋਟੇ ਛੋਟੇ ਜੋ ਥੈਲਿਆਂ ਦੇ ਵਿੱਚ ਪੌਦੇ ਪਾਏ ਜਾਂਦੇ ਹਨ। ਕਿਉਂ ਪਾਏ ਜਾਂਦੇ ਹਨ? ਸ਼ੀਡ ਆਫ ਫਿਊ ਪਲਾਂਟ ਸਚ ਐਜ਼ ਪੈਡੀ ਆਰ ਫਸਟ ਗਰੋਨ ਇਨ ਨਰਸਰੀ। when they grow into plantlet they are transplant in field manually. some forest plant and flowering plant are also grown in nursery. तो ਬੂਜੋ ਕਹਿੰਦੀ ਹੈ ਜਿਸ ਤਰ੍ਹਾਂ ਜੋ ਝੋਨੇ ਦੀ ਫਸਲ ਤਿਆਰ ਕੀਤੀ ਜਾਂਦੀ ਆ, ਉਹ ਤੋਂ ਪਹਿਲੇ ਉਹਦੀ ਪਨੀਰੀ ਬਣਾਈ ਜਾਂਦੀ ਹੈ। ਪਨੀਰੀ ਦੇ ਵਾਸਤੇ ਝੋਨੇ ਦੇ ਜੋ ਦਾਣੇ ਨੇ, ਧਾਨ ਨੇ ਜਿਹਨੂੰ ਕਹਿੰਦੇ ਨੇ, ਉਹਨੂੰ ਅਸੀਂ ਗਰੋ ਕਰਦੇ ਹਾਂ। ਛੋਟੇ ਛੋਟੇ ਪਲਾਂਟਲੈਟ ਬਣ ਜਾਂਦੇ ਜਿਹਨੂੰ ਪਨੀਰੀ ਕਹਿੰਦੇ ਨੇ। ਫਿਰ ਉਹਨੂੰ ਹੱਥਾਂ ਦੇ ਨਾਲ ਜਾਂ ਮਸ਼ੀਨ ਦੇ ਨਾਲ ਖੇਤ ਵਿੱਚ ਲਗਾਇਆ ਜਾਂਦਾ, ਜਿਹਨੂੰ ਲਾਭ ਲਾਉਣਾ ਕਹਿੰਦੇ ਨੇ। ਕਈ ਪੌਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ, ਹੋਰ ਵੀ ਪੌਦੇ ਨੇ ਜਿਹਨਾਂ ਨੂੰ ਪਨੀਰੀ ਬਣਾ ਕੇ ਲਾਇਆ ਜਾਂਦਾ ਹੈ। ਐਨ ਐਪਰੋਪਰੀਏਟ ਡਿਸਟੈਂਸ ਬਿਟਵੀਨ ਦਾ ਸ਼ੀਡ ਇਜ਼ ਇੰਪੋਰਟੈਂਟ ਟੂ ਅਵੋਇਡ ਓਵਰਕਰੋਡਿੰਗ। ਹੁਣ ਜਦੋਂ ਅਸੀਂ ਪਨੀਰੀ ਲਗਾਉਂਦੇ ਹਾਂ, ਨਾਲ ਨਾਲ ਨਹੀਂ ਲਗਾ ਦਿੰਦੇ, ਪ੍ਰੋਪਰ ਇੱਕ ਦੂਰੀ ਦੇ ਉੱਤੇ ਲਗਾਉਂਦੇ ਹਾਂ। ਜੋ ਪ੍ਰੋਪਰ ਦੂਰੀ ਜੋ ਹੈ ਬਹੁਤ ਜ਼ਰੂਰੀ ਹੈ ਫਾਰ ਬੈਟਰ ਪਲਾਂਟ ਗਰੋਥ, ਨਹੀਂ ਤਾਂ ਪਲਾਂਟ ਇੱਕ ਦੂਜੇ 'ਤੇ ਚੜ੍ਹ ਜਾਣਗੇ। ਇਹਦੇ ਨਾਲ ਸਫੀਸ਼ੈਂਟ ਸਨਲਾਈਟ, ਪ੍ਰੋਪਰ ਸੂਰਜ ਦੀ ਰੋਸ਼ਨੀ ਮਿਲੇਗੀ, ਨੋਰਿਸ਼ਮੈਂਟ ਨਿਊਟਰੀਐਂਟ ਮਿਲਣਗੇ, ਪਾਣੀ ਮਿਲੇਗਾ ਸੋਇਲ ਤੋਂ। ਸਮ ਟਾਈਮ ਏ ਫਿਊ ਪਲਾਂਟ ਹੈਵ ਟੂ ਬੀ ਰਿਮੂਵਡ ਟੂ ਪ੍ਰੀਵੈਂਟ ਓਵਰਕਰੋਡਿੰਗ। ਕਈ ਵਾਰ ਸਾਨੂੰ ਕੁਛ ਪੌਦੇ ਹਟਾਉਣੇ ਵੀ ਪੈਂਦੇ ਨੇ। ਕਈ ਵਾਰ ਸਾਡੇ ਕੋਲ ਜ਼ਿਆਦਾ ਸੰਘਣੀ ਪਨੀਰੀ ਲੱਗ ਜਾਂਦੀ ਹੈ, ਫਿਰ ਉਹਨੂੰ ਪੱਟਣਾ ਵੀ ਪੈਂਦਾ ਹੈ। ਐਡਿੰਗ ਮਨਿਓਰ ਐਂਡ ਫਰਟੀਲਾਈਜ਼ਰ। ਹੁਣ ਅਸੀਂ ਫਸਲ ਤਿਆਰ ਕਰਨ ਦੇ, ਅਸੀਂ ਖੇਤ ਤਿਆਰ ਕਰ ਲਿਆ, ਫਿਰ ਉਹਦੇ ਵਿੱਚ ਬੀਜ ਦਿੱਤਾ, ਉਹਦੇ ਬਾਅਦ ਅਸੀਂ ਖਾਦ ਪਾਉਂਦੇ ਹਾਂ। ਐਡਿੰਗ ਮਨਿਓਰ ਹੁੰਦੀ ਹੈ ਰੂੜੀ ਖਾਦ, ਫਰਟੀਲਾਈਜ਼ਰ ਕੈਮੀਕਲ ਖਾਦ। ਦੋ ਤਰ੍ਹਾਂ ਦੀ ਖਾਦਾਂ ਨੇ, ਦੇਸੀ ਖਾਦ ਕਹਿ ਸਕਦੇ ਹੋ, ਅਤੇ ਇੱਕ ਰਸਾਇਣਿਕ ਖਾਦ। ਆਈ ਸਾ ਹੈਲਥੀ ਕਰੋਪ ਗਰੋਇੰਗ ਇਨ ਏ ਫਾਰਮ, the neighboring farm the plants were weak. why do some plant were better than other? ਮੈਂ ਦੇਖਿਆ ਵੀ ਕਈ ਖੇਤ ਦੇ ਵਿੱਚ ਪਲਾਂਟ ਕਮਜ਼ੋਰ ਸੀ, ਕਈ ਤੰਦਰੁਸਤ ਸੀ, ਕਈ ਤਗੜੇ ਸੀ। ਕਿਉਂ? soil supply mineral nutrient to the crop. these nutrients are essential for growth of plant. in certain area farmer grow the crop after crop in same field. the field is never left uncultivated or fallow. imagine what happened to nutrients. ਜੋ ਮਿੱਟੀ ਹੁੰਦੀ ਹੈ ਵਿਦਿਆਰਥੀਓ, ਉਹਦੇ ਵਿੱਚ ਖਣਿਜ ਪਦਾਰਥ ਹੁੰਦੇ ਨੇ। ਉਹ ਖਣਿਜ ਪਦਾਰਥ ਲੈ ਕੇ ਹੀ ਜੋ ਪੌਦਾ ਤਿਆਰ ਹੁੰਦਾ ਹੈ, ਫਸਲ ਬਣਦੀ ਹੈ। ਕਿਸਾਨ ਕੀ ਕਰਦੇ ਨੇ, ਇੱਕ ਹੀ ਫਸਲ ਖੇਤ ਦੇ ਵਿੱਚ ਬੀਜਦੇ ਨੇ। ਜਿਸ ਤਰ੍ਹਾਂ ਕਣਕ ਝੋਨਾ ਬੀਜ ਰਹੇ ਨੇ ਵਾਰ-ਵਾਰ, ਉਹਦੇ ਨਾਲ ਜ਼ਮੀਨ ਦੇ ਵਿੱਚ ਜੋ ਨਿਊਟਰੀਐਂਟਸ ਨੇ ਉਹ ਘੱਟ ਹੋ ਜਾਂਦੇ ਨੇ। ਸੋ ਕੰਟੀਨਿਊਸ ਗਰੋਇੰਗ ਆਫ ਕਰੋਪ ਮੇਕ ਦਾ ਸੋਇਲ ਪੂਰਰ ਇਨ ਸਰਟੇਨ ਨਿਊਟਰੀਐਂਟ। ਉਹਦੇ ਵਿੱਚ ਜ਼ਮੀਨ ਦੇ ਵਿੱਚ ਕਈ ਪੋਸ਼ਕ ਤੱਤ ਘੱਟ ਜਾਂਦੇ ਨੇ ਜੇ ਅਸੀਂ ਲਗਾਤਾਰ ਇੱਕ ਫਸਲ ਬੀਜੀ ਜਾਈਏ। ਸੋ ਫਾਰਮਰ ਹੈਵ ਟੂ ਐਡ ਮਨਿਓਰ ਇਨ ਦਾ ਫੀਲਡ ਟੂ ਰਿਪਲੈਨਿਸ਼ ਦਾ ਸੋਇਲ ਵਿਦ ਨਿਊਟਰੀਐਂਟ। ਫਿਰ ਕਿਸਾਨ ਨੂੰ ਕੀ ਕਰਨਾ ਪੈਂਦਾ ਹੈ, ਖਾਦ ਪਾਣੀ ਪੈਂਦੀ ਹੈ ਖੇਤ ਦੇ ਵਿੱਚ, ਤਾਂ ਕਿ ਉਹਨੂੰ ਦੁਬਾਰਾ ਜ਼ਮੀਨ ਨੂੰ ਪੋਸ਼ਕ ਤੱਤ ਮਿਲ ਜਾਣ। ਦਿਸ ਪ੍ਰੋਸੈਸ ਇਜ਼ ਕਾਲਡ ਮੈਨਿਓਰਿੰਗ। ਇਹਨੂੰ ਕਹਿੰਦੇ ਨੇ ਖਾਦ ਪਾਣਾ। ਇੰਪਰੋਪਰ ਐਂਡ ਇਨਸਫੀਸ਼ੀਐਂਟ ਮੈਨਿਓਰਿੰਗ ਰਿਜ਼ਲਟ ਇਨ ਵੀਕ ਪਲਾਂਟ। ਜੇ ਅਸੀਂ ਸਹੀ ਤਰੀਕੇ ਨਾਲ ਵਿਦਿਆਰਥੀਓ ਖਾਦ ਖੇਤ ਵਿੱਚ ਨਹੀਂ ਪਾਵਾਂਗੇ ਤਾਂ ਚੰਗੀ ਫਸਲ ਨਹੀਂ ਹੋਏਗੀ। ਮੈਨਿਓਰ ਇਜ਼ ਐਨ ਆਰਗੈਨਿਕ ਸਬਸਟੈਂਸ obtained from the decomposition of plant or animal wastes.
Farmer dump plant and animal waste in the pit at open place and allow it to decompose. The decomposition is caused by some microorganism. The decomposed matter is used as organic manure. You already learned about vermicomposting in class 6. ਸੋ ਜੋ ਇਹਦੇ ਵਿੱਚ ਦੱਸਿਆ ਗਿਆ ਜੋ ਦੇਸੀ ਖਾਦ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ। ਜੋ ਜਾਨਵਰ ਮਰ ਜਾਂਦੇ ਨੇ ਜਾਂ ਸਬਜ਼ੀਆਂ ਹੋ ਗਈਆਂ, ਜੋ ਪੱਤੇ ਹੋ ਗਏ, ਪੌਦੇ, ਉਹ ਜਦੋਂ ਜ਼ਮੀਨ 'ਚ ਪੈਂਦੇ ਨੇ ਅਤੇ ਉਹਨਾਂ ਦਾ ਅਪਘਟਨ ਹੁੰਦਾ ਹੈ। ਜੋ ਸੂਖਮ ਜੀਵ ਉਹਨਾਂ ਨੂੰ ਤੋੜਦੇ ਨੇ, ਡੀਕੰਪੋਜ਼ ਕਰਦੇ ਨੇ, ਫਿਰ ਖਾਦ ਬਣ ਜਾਂਦੀ ਹੈ। ਤੁਸੀਂ ਗੰਡੋਇਆਂ ਤੋਂ ਬਣਨ ਵਾਲੀ ਖਾਦ ਵਰਮੀ ਕੰਪੋਸਟ 6ਵੀਂ ਕਲਾਸ ਵਿੱਚ ਪੜ੍ਹ ਚੁੱਕੇ ਹੋ, ਇਹਦੇ ਬਾਰੇ ਪਤਾ ਹੈ। ਹੁਣ ਇਹਦੇ ਵਿੱਚ ਇੱਕ ਐਕਟੀਵਿਟੀ ਹੈ, ਟੇਕ ਮੂੰਗ ਔਰ ਗ੍ਰਾਮ ਸ਼ੀਡ ਐਂਡ ਜਰਮੀਨੇਟ them. Select 3 equal size seedling out of these. Now take 3 empty glasses or similar vessel. Mark ABC to the glass A. Add little amount of soil. Mix with little cow dung manure. In the B glass, put the same amount of soil. Mix with little urea. Take number 3 same amount of soil in C without adding anything. ਹੁਣ ਤੁਸੀਂ ਕੀ ਕੀਤਾ, ਮੂੰਗ ਦਾਲ ਲਈ, ਮੂੰਗੀ ਦੀ ਦਾਲ ਜਾਂ ਚਨੇ ਲਏ, ਉਹਨਾਂ ਨੂੰ ਪਹਿਲੇ ਜਰਮੀਨੇਟ ਕਰਤਾ, ਉਹਦੇ ਪੁੰਗਾਰੇ ਕੱਢ ਲਏ, ਜਿਹੜੀ ਉਹਦੀਆਂ ਲੂੰਗਾਂ ਨਿਕਲੀਆਂ ਉਹਨੂੰ 3 ਬੀਕਰ 'ਚ ਪਾਇਆ। ਇੱਕ ਬੀਕਰ A B C 3 ਲਗਾਤੇ। A ਬੀਕਰ ਦੇ ਵਿੱਚ ਪਾਇਆ ਥੋੜ੍ਹੀ ਮਿੱਟੀ, ਫਿਰ ਗਾਂ ਦਾ ਗੋਹਾ ਪਾ ਦਿੱਤਾ। B ਦੇ ਵਿੱਚ ਅਸੀਂ ਸੋਇਲ ਦੇ ਨਾਲ ਯੂਰੀਆ ਖਾਦ ਪਾਈ। C ਦੇ ਵਿੱਚ ਅਸੀਂ ਕੋਈ ਖਾਦ ਨਹੀਂ ਪਾਈ। ਨੂੰ ਪੋਰ ਸੇਮ ਅਮਾਊਂਟ ਆਫ ਵਾਟਰ, ਇੱਕੋ ਜਿਹਾ ਪਾਣੀ 3 ਗਲਾਸ ਬੀਕਰ 'ਚ ਪਾਇਆ। ਫਿਰ ਤੁਸੀਂ ਦੇਖਣਾ ਕਿਸ ਤਰ੍ਹਾਂ ਗਰੋਥ ਹੁੰਦੀ ਹੈ। ਸੋ ਇਹ ਐਕਟੀਵਿਟੀ ਹੈ ਤੁਹਾਡੇ ਵਾਸਤੇ। ਸੋ ਇਹਦੇ ਵਿੱਚ ਗਰੋਥ ਤੁਸੀਂ ਦੇਖ ਸਕਦੇ ਹੋ। ਜਿਹਦੇ ਵਿੱਚ ਖਾਦ ਪਾਈ ਹੈ ਉਹ ਪਲਾਂਟ ਜਲਦੀ ਗਰੋ ਕਰ ਰਿਹਾ, ਜਿਹਦੇ ਵਿੱਚ ਖਾਦ ਨਹੀਂ ਪਾਈ ਉਹਦੀ ਗਰੋਥ ਘੱਟ ਹੋਈ ਹੈ। ਇੱਥੋਂ ਪਤਾ ਲੱਗ ਜਾਂਦਾ ਹੈ ਵੀ ਜੋ ਖਾਦ ਪਾਉਣ ਦੇ ਕੀ ਫਾਇਦੇ ਨੇ। ਸੋ ਡਿਡ ਆਲ ਦਾ ਪਲਾਂਟ ਇਨ ਆਲ ਦਾ ਗਲਾਸਿਸ ਗਰੋ ਇਨ ਸੇਮ ਪੇਸ, ਇੱਕੋ ਜਿਹੇ ਗਰੋ ਕੀਤੇ ਨੇ। ਵਿਚ ਗਲਾਸ ਸ਼ੋਰ ਦਾ ਬੈਟਰ ਗਰੋਥ, ਕਿਹੜੇ ਵਿੱਚ ਜ਼ਿਆਦਾ ਗਰੋਥ ਹੋਈ। ਇਨ ਵਿਚ ਗਲਾਸ ਵਾਜ਼ ਦਾ ਗਰੋਥ ਫਾਸਟੈਸਟ, ਕਿਹੜੇ ਗਲਾਸ ਦੇ ਵਿੱਚ ਜਲਦੀ ਪਲਾਂਟ ਗਰੋ ਕੀਤਾ, ਇਹ ਤੁਸੀਂ ਦੇਖ ਸਕਦੇ ਹੋ। ਫਰਟੀਲਾਈਜ਼ਰ ਆਰ ਦਾ ਕੈਮੀਕਲ ਸਬਸਟਾਂਸ ਵਿਚ ਆਰ ਰਿਚ ਇਨ ਪਰਟੀਕੂਲਰ ਨਿਊਟਰੀਐਂਟ। ਫਰਟੀਲਾਈਜ਼ਰ ਹੁੰਦੀਆਂ ਰਸਾਇਣਿਕ ਖਾਦਾਂ ਵਿਦਿਆਰਥੀਓ ਜਿਹਦੇ ਵਿੱਚ ਕੁਝ ਖਾਸ ਪੋਸ਼ਕ ਤੱਤ ਹੁੰਦੇ ਨੇ। ਹੋਐਵਰ ਦੀਜ਼ ਡਿਫਰੈਂਟ ਫਰੋਮ ਮੈਨਿਊਰ, ਪਰ ਇਹ ਅਸੀਂ ਜਿਹੜੀ ਦੇਸੀ ਖਾਦ ਤੋਂ ਇਹ ਡਿਫਰ ਹੁੰਦੇ ਨੇ। ਫਰਟੀਲਾਈਜ਼ਰ ਆਰ ਪ੍ਰੋਡਿਊਸ ਇਨ ਫੈਕਟਰੀ। ਸਮ ਐਗਜ਼ਾਮਪਲ ਫਰਟੀਲਾਈਜ਼ਰ, ਜਿਹੜੀਆਂ ਫਰਟੀਲਾਈਜ਼ਰ ਰਸਾਇਣਿਕ ਖਾਦਾਂ ਨੇ ਇਹ ਅਸੀਂ ਫੈਕਟਰੀਆਂ ਵਿੱਚ ਬਣਾਉਂਦੇ ਹਾਂ, ਜਿਸ ਤਰ੍ਹਾਂ ਯੂਰੀਆ, ਅਮੋਨੀਅਮ ਸਲਫੇਟ, ਸੁਪਰ ਫਾਸਫੇਟ, ਪੋਟਾਸ਼, NPK, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ। NPK ਦਾ ਪੂਰਾ ਨਾਮ ਹੈ। use of fertilizer has helped farmer to get better yield of crop such as the wheat, paddy, maize, but excessive use of fertilizer has made the soil less fertile. Fertilizer have also become a source of water pollution. Therefore, in order to maintain the fertility of soil, we have to substitute fertilizer by organic manure or leave the field uncultivated in between two crop. ਹੁਣ ਇਹਦੇ ਵਿੱਚ ਵਿਦਿਆਰਥੀਓ ਪਹਿਲੇ ਤੁਹਾਨੂੰ ਦੇਸੀ ਖਾਦ ਦੇ ਬਾਰੇ ਦੱਸਤਾ, ਰੂੜੀ ਖਾਦ ਬਾਰੇ। ਹੁਣ ਫਰਟੀਲਾਈਜ਼ਰ ਜੋ ਕੈਮੀਕਲ ਖਾਦ ਹੈ ਉਹ ਫੈਕਟਰੀਆਂ 'ਚ ਬਣਦੀ ਹੈ। ਇਹਦੇ ਵਿੱਚ ਖਾਸ ਤਰ੍ਹਾਂ ਦੇ ਪੋਸ਼ਕ ਹੁੰਦੇ ਨੇ। ਸੋ ਇਹਦੇ ਨਾਲ ਪਲਾਂਟ ਜਲਦੀ ਗਰੋ ਕਰ ਜਾਂਦਾ ਹੈ, ਪਰ ਇਹਦੇ ਨਾਲ ਪਾਣੀ ਦਾ ਪ੍ਰਦੂਸ਼ਣ ਹੁੰਦਾ ਕਿਉਂਕਿ ਅਸੀਂ ਜ਼ਿਆਦਾ ਯੂਰੀਆ ਖਾਦਾਂ ਪਾ ਦਿੰਦੇ ਹਾਂ। ਜਦੋਂ ਮਿੱਟੀ ਬਾਰਿਸ਼ ਪੈਂਦੀ ਹੈ ਜਾਂ ਜ਼ਿਆਦਾ ਪਾਣੀ ਲਗਾਉਂਦੇ ਦਿੰਦੇ ਹਾਂ ਅਤੇ ਉਹ ਪਾਣੀ ਪੀਣ ਵਾਲੇ ਪਾਣੀ ਵਿੱਚ ਖਾਦ ਮਿਲ ਜਾਂਦੀ ਹੈ ਅਤੇ ਪਾਣੀ ਖਰਾਬ ਹੋ ਜਾਂਦਾ ਹੈ। ਉਹਨਾਂ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗਦੀਆਂ ਨੇ। ਸੋ ਇਹਦਾ ਇੱਕ ਤਰੀਕਾ ਹੈ, ਸਾਨੂੰ ਜੋ ਦੇਸੀ ਖਾਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਜਾਂ ਸਾਨੂੰ ਜ਼ਮੀਨ ਨੂੰ ਥੋੜ੍ਹੀ ਦੇਰ ਕੁਛ ਸਾਲ ਨਹੀਂ ਵਾਹੁਣਾ ਚਾਹੀਦਾ। ਉਹਨਾਂ ਆਪਣੇ ਆਪ ਫਸਲ ਜਿਹੜੀ ਹੈ ਜ਼ਮੀਨ ਹੈ ਉਹਦੇ ਵਿੱਚ ਜੋ ਪੋਸ਼ਕ ਤੱਤ ਪੈਦਾ ਹੋ ਜਾਣਗੇ। ਯੂਜ਼ ਆਫ ਮੈਨਿਓਰ ਇੰਪਰੂਵ ਦਾ ਸੋਇਲ ਟੈਕਸਚਰ। ਦੇਸੀ ਖਾਦ ਪਾਵਾਂਗੇ, ਸੋਇਲ ਜਿਹੜੀ ਮਿੱਟੀ ਦੁਆਰੇ ਬਣਦੀ ਹੈ, ਮਿੱਟੀ ਤੰਦਰੁਸਤ ਹੁੰਦੀ ਹੈ। ਅਨਦਰ ਮੈਥਡ ਆਫ ਰਿਪਲੈਨਿਸ਼ ਦਾ ਸੋਇਲ ਵਿਦ ਨਿਊਟਰੀਐਂਟ ਥਰੂ ਦਾ ਕਰੋਪ ਰੋਟੇਸ਼ਨ। ਇੱਕ ਅਲੱਗ ਤਰੀਕਾ ਹੈ ਜਿਹਦੇ ਵਿੱਚ ਅਸੀਂ ਮਿੱਟੀ ਦੇ ਵਿੱਚ ਪੋਸ਼ਕ ਤੱਤ ਦੁਆਰਾ ਭਰ ਸਕਦੇ ਹਾਂ। ਕਰੋਪ ਰੋਟੇਸ਼ਨ, ਫਸਲੀ ਚੱਕਰ। ਦਿਸ ਇਜ਼ ਡਨ ਬਾਏ ਗਰੋਇੰਗ ਡਿਫਰੈਂਟ ਕਰੋਪ ਅਲਟਰਨੇਟਿਵਲੀ। Earlier farmer in northern India used to grow legume as fodder in one season and wheat in next season. This help replenish the soil with nitrogen. ਉੱਤਰ ਭਾਰਤ ਦੇ ਵਿੱਚ ਕਿਸਾਨ ਕੀ ਕਰਦੇ ਸੀ, ਪਹਿਲੇ ਖੇਤਾਂ ਦੇ ਵਿੱਚ ਪਹਿਲੇ ਫਸਲ ਬੀਜ ਲਈ, ਮੇਨ ਫਸਲ ਜਿੱਦਾਂ ਕਣਕ ਬੀਜ ਲਈ, ਝੋਨਾ ਬੀਜ ਲਿਆ, ਉਹਦੇ ਬਾਅਦ ਅਗਲੇ ਸਾਲ ਉੱਥੇ ਦਾਲਾਂ ਬੀਜਦੇ ਸੀ। ਦਾਲਾਂ ਦੇ ਨਾਲ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਸੀ।
ਪਿਛਲੀਆਂ ਕਲਾਸਾਂ 'ਚ ਅਸੀਂ ਪੜ੍ਹਿਆ ਹੈ ਕਿ ਰਾਈਜ਼ੋਬੀਅਮ ਬੈਕਟੀਰੀਆ ਹੁੰਦਾ ਹੈ ਇੱਕ, ਜੋ ਉਹਨਾਂ ਪੌਦਿਆਂ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਨੇ। ਉਹ ਵਾਤਾਵਰਣ ਦੀ ਨਾਈਟ੍ਰੋਜਨ ਨੂੰ ਮਿੱਟੀ ਦੇ ਵਿੱਚ ਸੋਖਦਾ ਹੈ ਅਤੇ ਮਿੱਟੀ ਦੇ ਵਿੱਚ ਨਾਈਟ੍ਰੋਜਨ ਦੀ ਕਮੀ ਨੂੰ ਪੂਰੀ ਕਰਦਾ ਹੈ। ਦਾਲਾਂ ਦੇ ਵਿੱਚ ਵੀ ਇਹ ਬੈਕਟੀਰੀਆ ਹੁੰਦਾ ਹੈ ਉਹਦੀ ਜੜ੍ਹਾਂ 'ਚ। ਸੋ ਇੱਥੋਂ ਤੁਸੀਂ ਫ਼ਰਕ ਕੱਢ ਸਕਦੇ ਹੋ। ਫਰਟੀਲਾਈਜ਼ਰ ਐਂਡ ਮੈਨਿਊਰ ਦੇ ਵਿੱਚ ਮੈਂ ਪਹਿਲੇ ਵੀ ਸਮਝਾਇਆ ਸੀ ਯੂਮ ਕਲਾਸ ਦੇ ਵਿੱਚ, ਇਹ ਤੁਸੀਂ ਆਰਾਮ ਦੇ ਨਾਲ ਇੱਥੇ ਪੜ੍ਹ ਸਕਦੇ ਹੋ। ਇਹ ਇਨਆਰਗੈਨਿਕ ਹੁੰਦੀ ਫਰਟੀਲਾਈਜ਼ਰ, ਇਹ ਆਰਗੈਨਿਕ ਜੀਵਾਂ ਤੋਂ ਬਣੀ ਹੁੰਦੀ ਹੈ, ਪਸ਼ੂਆਂ ਦੇ ਗੋਹੇ ਤੋਂ, ਮਨੁੱਖ ਦੇ ਵੇਸਟ ਤੋਂ, ਪਲਾਂਟ ਰੈਜੀਡੀਓ ਤੋਂ। ਫਰਟੀਲਾਈਜ਼ਰ ਪ੍ਰੋਵਾਈਡ ਇਨ ਫੈਕਟਰੀ, ਇਹ ਫੈਕਟਰੀ 'ਚ ਬਣਦੀ ਹੈ। ਇਹ ਕੁਦਰਤੀ ਖੇਤਾਂ 'ਚ ਬਣਦੀ ਹੈ। ਇਸ ਐਨੀ ਹਿਊਮਸ ਟੂ ਸੋਇਲ, ਇਹ ਕੋਈ ਹਿਊਮਸ ਨਹੀਂ ਦਿੰਦੀ ਸੋਇਲ ਨੂੰ, ਇਹ ਹਿਊਮਸ ਪ੍ਰੋਵਾਈਡ ਕਰਦੀ ਹੈ। ਫਰਟੀਲਾਈਜ਼ਰ ਆਰ ਰਿਚ ਇਨ ਪਲਾਂਟ ਨਿਊਟਰੀਐਂਟ ਲਾਈਕ ਨਾਈਟ੍ਰੋਜਨ, ਫਾਸਫੋਰਸ। ਮੈਨਿਊਰ ਰਿਲੇਟਿਵਲੀ ਲੈਸ ਰਿਚ, ਮੈਨਿਊਰ ਵਿੱਚ ਘੱਟ ਨਿਊਟਰੀਐਂਟ ਹੁੰਦੇ ਨੇ, ਫਰਟੀਲਾਈਜ਼ਰ 'ਚ ਜ਼ਿਆਦਾ ਨਿਊਟਰੀਐਂਟ ਹੁੰਦੇ ਨੇ। ਸੋ ਇਹ ਫ਼ਰਕ ਹੈ, ਪੇਪਰ 'ਚ ਆ ਜਾਂਦਾ ਹੈ ਪ੍ਰਸ਼ਨ ਫਰਟੀਲਾਈਜ਼ਰ ਅਤੇ ਮੈਨਿਊਰ 'ਚ ਡਿਫਰੈਂਸ ਦੱਸੋ। ਹੁਣ ਮੈਨਿਊਰ ਦੇ ਕੀ ਫਾਇਦੇ ਨੇ। ਮੈਨਿਊਰ ਜੋ ਹੈ ਵਾਟਰ ਹੋਲਡਿੰਗ ਕਪੈਸਿਟੀ ਮਿੱਟੀ ਦੀ बढ़ाती है, ਮਿੱਟੀ 'ਚ ਪਾਣੀ ਦੀ ਪਕੜ ਬਣਦੀ ਹੈ। ਸੋਇਲ ਪੋਰਸ ਹੋ ਜਾਂਦੀ ਹੈ, ਨਾ ਮਿੱਟੀ ਪੋਲੀ ਹੋ ਜਾਂਦੀ, ਉਹਨਾਂ ਗੈਸ ਐਕਸਚੇਂਜ ਚੰਗਾ ਹੋ ਜਾਂਦਾ ਹੈ। ਇਨਕਰੀਜ਼ ਨੰਬਰ ਆਫ ਫਰੈਂਡਲੀ ਮਾਈਕਰੋਬ, ਜਿਹੜੀ ਦੇਸੀ ਖਾਦ ਪਾਉਣ ਦੇ ਨਾਲ ਜ਼ਮੀਨ 'ਚ ਗੰਡੋਏ ਬੈਕਟੀਰੀਆ ਪੈਦਾ ਹੋਣਗੇ ਜੋ ਕਿ ਜ਼ਮੀਨ ਵਾਸਤੇ ਫਸਲਾਂ ਵਾਸਤੇ ਚੰਗੇ ਹੁੰਦੇ ਨੇ। ਇਹਨਾਂ ਮਿੱਟੀ ਦੀ ਜੋ ਬਣਤਰ ਹੈ ਸਹੀ ਹੁੰਦੀ ਹੈ। ਅਗਲਾ ਜੋ ਸਟੈਪ ਆਉਂਦਾ ਹੈ ਡੈਟ ਇਜ਼ ਦਾ ਇਰੀਗੇਸ਼ਨ, ਸਿੰਚਾਈ ਕਰਨਾ, ਪਾਣੀ ਲਾਣਾ। ਸੋ ਪਾਣੀ ਪ੍ਰੋਪਰ ਲੱਗਣਾ ਜ਼ਰੂਰੀ ਹੈ ਖਾਦ ਪਾਉਣ ਦੇ ਬਾਅਦ, ਤਾਂ ਹੀ ਫਸਲ ਚੰਗੀ ਹੋਵੇਗੀ। ਵਾਟਰ ਜੋ ਪਲਾਂਟ ਰੂਟਸ ਅਬਜ਼ੋਰਬ ਕਰਦੀਆਂ ਨੇ, ਅਲੋਂਗ ਵਿਦ ਵਾਟਰ ਮਿਨਰਲ ਐਂਡ ਫਰਟੀਲਾਈਜ਼ਰ ਆਲਸੋ ਅਬਜ਼ੋਰਬ। ਪਾਣੀ ਦੇ ਲਾਉਣ ਦੇ ਨਾਲ ਜੋ ਮਿੱਟੀ ਦੇ ਵਿੱਚ ਪੋਸ਼ਕ ਤੱਤ ਘੁਲੇ ਹੁੰਦੇ ਨੇ ਪਲਾਂਟ ਨੂੰ ਚਲੇ ਜਾਂਦੇ ਨੇ। ਪਲਾਂਟ ਦੇ ਵਿੱਚ 90% ਪਾਣੀ ਹੁੰਦਾ ਹੈ ਐਂਡ ਅਸੈਂਸ਼ੀਅਲ ਹੈ ਕਿਉਂਕਿ ਇਹ 'ਚ ਸ਼ੀਡ ਪਾਣੀ ਦੇ ਬਿਨਾਂ ਜਰਮੀਨੇਟ ਨਹੀਂ ਕਰ ਸਕਦਾ ਅਤੇ ਨਿਊਟਰੀਐਂਟ ਵੀ ਪਾਣੀ ਦੇ ਨਾਲ ਹੀ ਪੌਦੇ ਨੂੰ ਮਿਲਦੇ ਨੇ। ਈਚ ਪਾਰਟ ਆਫ ਪਲਾਂਟ ਦੇ ਵਿੱਚ ਪਹੁੰਚ ਜਾਂਦੇ ਨੇ ਪਾਣੀ ਦੇ ਨਾਲ। ਜਿਸ ਤਰ੍ਹਾਂ ਪਾਣੀ ਮਿੱਟੀ ਤੋਂ ਜੜ੍ਹਾਂ ਸੋਖਦੀਆਂ ਨੇ, ਨਾਲ ਨਾਲ ਪੋਸ਼ਕ ਤੱਤ ਵੀ ਚਲੇ ਜਾਂਦੇ ਨੇ ਪੌਦੇ ਦੇ ਅੰਦਰ। ਵਾਟਰ ਆਲਸੋ ਪ੍ਰੋਟੈਕਟ ਦਾ ਕਰੋਪ ਫਰੋਮ ਬੋਥ ਫਰੋਸਟ ਐਂਡ ਹੌਟ ਏਅਰ ਕਰੰਟ। ਸਾਨੂੰ ਜੋ ਬਰਫ਼ ਪੈ ਜਾਂਦੀ ਹੈ ਪੌਦੇ 'ਤੇ, ਕੋਰਾ ਪੈ ਜਾਂਦਾ ਹੈ ਜਾਂ ਗਰਮੀ ਹੁੰਦੀ ਆ, ਉਹ ਪਾਣੀ ਉਹਨੂੰ ਬਚਾ ਕੇ ਰੱਖਦਾ ਹੈ। ਸਪਲਾਈ ਆਫ ਵਾਟਰ ਟੂ ਕਰੋਪ, ਇਹਨੂੰ ਕਹਿੰਦੇ ਨੇ ਇਰੀਗੇਸ਼ਨ। ਪੌਦਿਆਂ ਨੂੰ ਪਾਣੀ ਲਾਣਾ, ਫਸਲ ਨੂੰ ਪਾਣੀ ਪਹੁੰਚਾਉਣਾ, ਇਹਨੂੰ ਅਸੀਂ ਇਰੀਗੇਸ਼ਨ ਦਾ ਨਾਮ ਦਿੰਦੇ ਹਾਂ। ਜਿਹੜੀ ਬਰਸਾਤਾਂ 'ਚ ਫਸਲ ਹੁੰਦੀ ਹੈ ਉਹਨੂੰ ਆਰਾਮ ਨਾਲ ਪਾਣੀ ਮਿਲ ਜਾਂਦਾ ਹੈ, ਬਟ ਜੋ ਗਰਮੀਆਂ ਵਿੱਚ ਫਸਲ ਹੁੰਦੀ ਹੈ ਉਹਨੂੰ ਪਾਣੀ ਦੀ ਲੋੜ ਪੈਂਦੀ ਹੈ। ਆਈ ਐਮ ਵੈਰੀ ਕੇਅਰਫੁਲ ਦਿਸ ਈਅਰ ਅਬਾਊਟ ਵਾਟਰਿੰਗ ਦਾ ਪਲਾਂਟ। ਲਾਸਟ ਸਮਰ ਮਾਈ ਪਲਾਂਟ ਡਰਾਈਡ ਅਪ ਐਂਡ ਡਾਈਡ। ਪਹਿਲੀ ਕਹਿੰਦੀ ਹੈ ਮੈਂ ਬੜੀ ਹੁਣ ਸੋਚ ਸਮਝ ਕੇ ਪਾਣੀ ਦਿੱਤਾ ਕਿਉਂਕਿ ਪਿਛਲੀ ਗਰਮੀ ਵਿੱਚ ਮੇਰੇ ਪੌਦੇ ਖਰਾਬ ਹੋ ਗਏ ਅਤੇ ਸੜ ਗਏ। ਪਾਣੀ ਦੇ ਇਰੀਗੇਸ਼ਨ ਦੇਣ ਦੇ ਕਿਹੜੇ ਕਿਹੜੇ ਢੰਗ ਨੇ। ਵੈਲ, ਖੂਹ, ਟਿਊਬਵੈੱਲ ਖੇਤਾਂ 'ਚ ਲੱਗੇ ਹੁੰਦੇ ਨੇ, ਟਿਊਬਵੈੱਲ ਛੋਟੇ ਬੋਰ ਹੁੰਦੇ ਨੇ। ਪੌਂਡ, ਤਲਾਬ, ਲੇਕ, ਝੀਲਾਂ, ਰਿਵਰ, ਨਦੀਆਂ, ਡੈਮ, ਬੰਨ੍ਹ ਅਤੇ ਕਨਾਲ, ਨਹਿਰਾਂ, ਇਹਨਾਂ ਦੇ ਨਾਲ ਪਾਣੀ ਦਿੰਦੇ ਨੇ। ਪੁਰਾਣੇ ਤਰੀਕੇ ਨੇ ਪਾਣੀ ਲਾਉਣ ਦੇ। ਇਹ ਮੋਟ ਹੈ, ਇਹਦੇ ਵਿੱਚ ਇੱਕ ਮੱਟ ਪਾਣੀ ਦਾ ਭਰਿਆ ਜਾਂਦਾ ਹੈ ਨਾਲ, ਜਾਂ ਪਸ਼ੂਆਂ ਦੀ ਜੋ ਚਮੜੀ ਦਾ ਬਣਿਆ ਹੁੰਦਾ, ਇਹਨੂੰ ਖੂਹ ਦੇ ਵਿੱਚ ਡੁਬੋ ਕੇ ਖਿੱਚਦੇ ਨੇ ਅਤੇ ਪਾਣੀ ਨਾਲ ਭਰ ਕੇ ਫਸਲਾਂ ਨੂੰ ਲਗਾਉਂਦੇ ਨੇ। ਟਰਡੀਸ਼ਨਲ ਮੈਥਡ ਕਈ ਤਰ੍ਹਾਂ ਦੇ ਨੇ। ਇਹਦੇ ਵਿੱਚ ਕੈਟਲ ਔਰ ਹਿਊਮਨ ਲੇਬਰ ਇਜ਼ ਯੂਜ਼। ਇਹਦੇ ਵਿੱਚ ਮਨੁੱਖ ਨੂੰ ਪਸ਼ੂਆਂ ਦਾ ਸਹਾਰਾ ਲੈਣਾ ਪੈਂਦਾ ਸੀ, ਜ਼ੋਰ ਲੱਗਦਾ ਸੀ। ਇਹ ਥੋੜ੍ਹੇ ਸਸਤੇ ਤਰੀਕੇ ਸੀ ਪਰ ਇਹਨਾਂ ਦੇ ਜ਼ਿਆਦਾ ਫਾਇਦੇ ਨਹੀਂ ਸੀ। ਜਿੱਦਾਂ ਮੋਟ, ਪੁਲੀ ਸਿਸਟਮ, ਖਿੱਚ ਕੇ ਪਾਣੀ ਕੱਢਣਾ। ਚੇਨ ਪੰਪ ਦੇ ਨਾਲ ਪਾਣੀ ਕੱਢਣਾ। ਇਹ ਤੁਸੀਂ ਦੇਖ ਸਕਦੇ ਹੋ ਚੇਨ ਪੰਪ ਲੱਗਿਆ ਹੋਇਆ, ਚੇਨ ਲੱਗੀ ਹੈ ਥੱਲੇ ਖੂਹ ਦੇ ਡੂੰਘਾਈ 'ਤੇ, ਖਿੱਚਣ ਦੇ ਨਾਲ ਪਾਣੀ ਆ ਰਿਹਾ। ਇਹ ਡੇਕਲੀ ਸਿਸਟਮ ਹੈ। ਇਹਦੇ ਵਿੱਚ ਇੱਕ ਜਗ੍ਹਾ ਤੋਂ ਖਿੱਚਦੇ ਨੇ, ਪਾਣੀ 'ਚ ਬਾਲਟੀ ਭਰ ਜਾਂਦੀ ਹੈ। ਡੇਕਲੀ ਐਂਡ ਰਾਟ ਦੇ ਵਿੱਚ ਜੋ ਪਸ਼ੂ ਨੂੰ ਘੁਮਾਇਆ ਜਾਂਦਾ ਹੈ ਉਹ ਰਾਟ ਨੂੰ ਚਲਾਉਂਦਾ ਹੈ ਅਤੇ ਬਾਲਟੀਆਂ ਲੱਗੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹ ਖੂਹ 'ਚੋਂ ਪਾਣੀ ਕੱਢ ਕੇ ਖੇਤ ਨੂੰ ਪਹੁੰਚਾ ਦਿੰਦੇ ਨੇ। ਪੰਪ ਆਰ ਕੋਮਨਲੀ ਯੂਜ਼ ਫਾਰ ਲਿਫਟਿੰਗ ਵਾਟਰ। ਹੁਣ ਪੰਪ ਯੂਜ਼ ਕੀਤੇ ਜਾਂਦੇ ਨੇ। ਡੀਜ਼ਲ, ਬਾਇਓਗੈਸ, ਇਲੈਕਟ੍ਰੀਸਿਟੀ ਐਂਡ ਸੋਲਰ ਐਨਰਜੀ, ਇਹਦੇ ਨਾਲ ਇਹ ਪੰਪ ਚਲਾਏ ਜਾਂਦੇ ਨੇ। ਇਹਦੇ ਨਾਲ ਇੱਕ ਤਾਂ ਪਾਣੀ ਜਲਦੀ ਲੱਗ ਜਾਂਦਾ ਹੈ, ਇੱਕ ਨਾ ਪਸ਼ੂਆਂ ਦੀ ਲੇਬਰ ਲੱਗਦੀ ਹੈ ਨਾ ਤੇ ਮਨੁੱਖ ਦੀ ਲੇਬਰ ਲੱਗਦੀ ਹੈ, ਟਾਈਮ ਬਚਦਾ ਹੈ ਇਹਦੇ ਨਾਲ। ਮਾਡਰਨ ਮੈਥਡ ਇਰੀਗੇਸ਼ਨ ਦੇ ਹੁਣ ਅੱਜ ਆਧੁਨਿਕ ਤਰੀਕੇ ਕਿਹੜੇ ਨੇ। ਸਪ੍ਰਿੰਕਲ ਸਿਸਟਮ, ਫੁਹਾਰਾ ਸਿਸਟਮ ਜਿਹਨੂੰ ਕਹਿੰਦੇ ਨੇ, ਯੂਜ਼ਫੁਲ ਹੈ। ਇਹਦੇ ਨਾਲ ਅਨਈਵਨ ਲੈਂਡ ਨੂੰ ਪਾਣੀ ਕਾਫੀ ਤਰੀਕੇ ਦੇ ਨਾਲ ਮਿਲ ਜਾਂਦਾ ਹੈ। ਦਾ ਪਰਪੈਂਡੀਕੂਲਰ ਪਾਈਪ ਹੈਵਿੰਗ ਦਾ rotating nozzle on the top are joined to the main pipeline
at regular interval. When the water is allowed to flow the main pipe under the pressure with the help of pump, it escapes from the rotating nozzle. It gets sprinkled on the crop as it is raining. Sprinkles is very useful for sandy soil. ਸੋ ਫੁਹਾਰਾ ਸਿਸਟਮ ਹੈ, ਇਹਦੇ ਵਿੱਚ ਇੱਕ ਨੋਜ਼ਲ ਲੱਗੀ ਹੁੰਦੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਇੱਥੋਂ ਪਾਣੀ ਮੋਟਰ ਦੇ ਨਾਲ ਕਾਫੀ ਪ੍ਰੈਸ਼ਰ 'ਤੇ ਆ ਰਿਹਾ, ਫਿਰ ਪੁਆਇੰਟਸ ਇੱਥੇ ਨੋਜ਼ਲ ਲੱਗੀ ਹੈ ਜੋ ਘੁੰਮਦੀ ਹੈ, ਵਾਰ-ਵਾਰ ਹਿਲਦੀ ਰਹਿੰਦੀ ਹੈ, ਪਾਣੀ ਫੁਹਾਰੇ ਦੇ ਰੂਪ 'ਚ ਜਾਂਦਾ ਹੈ। ਫੁਹਾਰਾ ਤੁਸੀਂ ਦੇਖਿਆ ਹੋਵੇਗਾ। ਡ੍ਰਿਪ ਦੇ ਵਿੱਚ ਤੁਪਕਾ ਪ੍ਰਣਾਲੀ ਹੈ, ਇਹਦੇ ਵਿੱਚ ਛੋਟੀ ਛੋਟੀ ਪਾਈਪ ਲੱਗੀ ਹੁੰਦੀ ਹੈ। ਇਹਨਾਂ ਪੌਦੇ ਦੀ ਜੜ੍ਹਾਂ ਨੂੰ ਪਾਣੀ ਮਿਲਦਾ ਹੈ ਤੁਪਕਾ ਇਹਨਾਂ ਕਾਫੀ ਜ਼ਿਆਦਾ ਪਾਣੀ ਜੋ ਹੈ ਬਚ ਜਾਂਦਾ ਹੈ। ਇਹਨਾਂ ਡ੍ਰੌਪ ਵਾਈਜ਼ ਪਾਣੀ ਮਿਲਦਾ ਹੈ। ਇਟ ਇਜ਼ ਬੋਰਨ ਇਨ ਰੀਜਨ ਵੇਅਰ ਅਵੇਲੇਬਿਲਿਟੀ ਆਫ ਵਾਟਰ ਇਜ਼ ਪੂਅਰ। ਇਹ ਉਹਨਾਂ ਜਗ੍ਹਾ 'ਤੇ ਕਾਫੀ ਕਾਰਗਰ ਤਰੀਕਾ ਹੈ ਜਿਸ ਜਗ੍ਹਾ 'ਤੇ ਪਾਣੀ ਦੀ ਕਮੀ ਹੁੰਦੀ ਹੈ, ਜਿੱਦਾਂ ਰਾਜਸਥਾਨ, ਗੁਜਰਾਤ ਏਰੀਆ ਵਿੱਚ ਜਿੱਥੇ ਪਾਣੀ ਘੱਟ ਹੈ ਉੱਥੇ ਡ੍ਰਿਪ ਇਰੀਗੇਸ਼ਨ ਕਾਫੀ ਤਰੀਕੇ ਨਾਲ ਕੀਤੀ ਜਾਂਦੀ ਹੈ। ਪਾਣੀ ਲਗਾਉਣ ਦੇ ਬਾਅਦ ਫਸਲ ਦੇ ਵਿੱਚ ਕੀ ਹੁੰਦਾ ਹੈ, ਕਈ ਵਾਰ ਅਨਵਾਂਟਡ ਪਲਾਂਟ ਗਰੋ ਕਰ ਜਾਂਦੇ ਨੇ, ਉਹਨੂੰ ਅਸੀਂ ਨਦੀਨ ਕਹਿੰਦੇ ਹਾਂ, ਉਹਨੂੰ ਬਾਹਰ ਕੱਢਣਾ ਜ਼ਰੂਰੀ ਹੈ। ਹੈਵ ਦੀਜ਼ ਅਦਰ ਪਲਾਂਟ ਬੀਨ ਪਲਾਂਟਡ ਪਰਪਸਲੀ। ਕਈ ਵਾਰੀ ਫਸਲ ਦੇ ਵਿੱਚ ਬਿਨਾਂ ਮਤਲਬ ਦੇ ਪਲਾਂਟ ਗਰੋ ਕਰ ਜਾਂਦੇ ਨੇ, ਕਿ ਇਹਨਾਂ ਦਾ ਮਤਲਬ ਹੈ। ਸੋ ਇਨ ਦਾ ਫੀਲਡ ਮੈਨੀ ਅਦਰ ਅਨਡਿਜ਼ਾਇਰੇਬਲ ਪਲਾਂਟ ਜੋ ਗਰੋ ਕਰਦੇ ਨੇ ਨੈਚੁਰਲੀ ਅਲੋਂਗ ਵਿਦ ਕਰੋਪ। ਜੋ ਅਨਡਿਜ਼ਾਇਰੇਬਲ ਦੇ ਪਲਾਂਟ ਨੇ ਇਹਨੂੰ ਅਸੀਂ ਬੀਡ ਜਾਂ ਨਦੀਨ ਕਹਿੰਦੇ ਨੇ। ਰਿਮੂਵਲ ਆਫ ਬੀਡ ਇਜ਼ ਕਾਲਡ ਬੀਡਿੰਗ। ਨਦੀਨ ਕੱਢਣਾ ਇਹਨੂੰ ਬੀਡਿੰਗ ਕਹਿੰਦੇ ਨੇ। ਬੀਡਿੰਗ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਨੈਸੈਸਰੀ ਹੈ ਟੂ ਕੰਪੀਟ ਦਾ ਕਰੋਪ ਪਲਾਂਟ ਫਾਰ ਵਾਟਰ, ਨਿਊਟਰੀਐਂਟ ਐਂਡ ਸਪੇਸ ਐਂਡ ਲਾਈਟ। ਕਿਉਂਕਿ ਜੇ ਅਸੀਂ ਨਦੀਨ ਨਹੀਂ ਕੱਢਾਂਗੇ ਅਤੇ ਉਹ ਮੇਨ ਫਸਲ ਦਾ ਜੋ ਭੋਜਨ ਹੈ ਉਹ ਲੈ ਲੈਣਗੇ, ਸੂਰਜ ਦੀ ਰੋਸ਼ਨੀ ਲੈਣਗੇ, ਪਾਣੀ ਲੈਣਗੇ, ਪੋਸ਼ਕ ਤੱਤ ਲੈਣਗੇ, ਇਹਨਾਂ ਫਸਲ ਦੀ ਕਮੀ ਆਏਗੀ। ਐਂਡ ਫਾਰਮਰ ਅਡੋਪਟ ਮੈਨੀ ਵੇ ਟੂ ਰਿਮੂਵ ਦਾ ਬੀਡ ਐਂਡ ਕੰਟਰੋਲ ਦੇਅਰ ਗਰੋਥ। ਟਿਲਿੰਗ ਬਿਫੋਰ ਸੋਇੰਗ ਆਫ ਕਰੋਪ ਹੈਲਪ ਅਸ uprooting, killing the weed which may then dry up and get mixed with soil. The best time for removal of the weed is before produce flower and seed. The manual removal of include the physical removal of weed by uprooting or cutting them close to ground, or from time to time this is done with the ਖੁਰਪੀ। ਸੋ ਕਿਸਾਨ ਕੀ ਕਰਦੇ ਨੇ, ਖੇਤਾਂ ਦੇ ਵਿੱਚ ਬੀਜ ਬੀਜਣ ਤੋਂ ਪਹਿਲਾਂ ਮਿੱਟੀ ਦੇ ਵਿੱਚੋਂ ਸਾਰੇ ਨਦੀਨ ਕੱਢ ਲੈਂਦੇ ਨੇ। ਘਾਹ ਵਗੈਰਾ ਜੋ ਜਿੱਦਾਂ ਨਦੀਨ ਨੇ, ਇਹਨੂੰ ਕੱਢਣ ਦਾ ਤਰੀਕਾ ਹੈ ਜਦੋਂ ਉਹਨੂੰ ਫੁੱਲ ਨਾ ਪਵੇ। ਜਦੋਂ ਫੁੱਲ ਨਹੀਂ ਪਏ, ਜਦੋਂ ਬੀਜ ਨਹੀਂ ਪਏ ਘਾਹ ਨੂੰ, ਨਦੀਨ ਨੂੰ, ਉਦੋਂ ਉਹਨਾਂ ਨੂੰ ਕੱਢ ਦਈਏ ਜੜੋਂ, ਤਾਂ ਦੁਬਾਰੇ ਉਹ ਗਰੋ ਨਹੀਂ ਕਰਦੇ। ਪਰ ਗਰੋ ਕਰ ਜਾਂਦੇ ਨੇ ਕਈ ਵਾਰ ਵੀ, ਜਿਹਦਾ ਡੀਲਾ ਹੋ ਗਿਆ ਫਿਰ ਉੱਥੇ ਸਾਨੂੰ ਕੈਮੀਕਲ ਯੂਜ਼ ਕਰਨੇ ਪੈਂਦੇ, ਇਹਨੂੰ ਅਸੀਂ ਵੀਡੀਸਾਈਡ ਕਹਿੰਦੇ ਨੇ, ਜਿਸ ਤਰ੍ਹਾਂ 2,4-D। ਦੀਜ਼ ਆਰ ਸਪਰੇਡ ਇਨ ਫੀਲਡ ਟੂ ਕਿਲ ਦਾ ਬੀਡ। ਦੇ ਡੂ ਨੋ ਡੈਮੇਜ ਦਾ ਕਰੋਪ। ਇਹਨਾਂ ਫਸਲ ਨਹੀਂ ਮਰਦੀ, ਘਾਹ ਮਰ ਜਾਂਦਾ। ਵੀਡੀਸਾਈਡ ਡਿਲੂਟਡ ਵਿਦ ਵਾਟਰ ਐਂਡ ਰਿਕੁਆਇਰਡ ਟੂ ਸਪਰੇ ਇਨ ਫੀਲਡ ਵਿਦ ਸਪਰੇਅਰ। ਫਿਰ ਸਪਰੇਅ ਕੀਤੀ ਜਾਂਦੀ ਹੈ ਖੇਤ ਦੇ ਵਿੱਚ, ਜਿਸ ਤਰ੍ਹਾਂ ਇਹ ਕਿਸਾਨ ਸਪਰੇਅ ਕਰ ਰਿਹਾ, ਇਹ ਤੁਸੀਂ ਦੇਖ ਸਕਦੇ ਹੋ ਇੱਥੇ। ਡੂ ਵੀਡੀਸਾਈਡ ਹੈਵ ਐਨੀ ਇਫੈਕਟ ਟੂ ਪਰਸਨ ਹੈਂਡਲਿੰਗ ਦਾ ਵੀਡੀਸਾਈਡ ਸਪਰੇਅਰ। ਕੀ ਜੋ ਦਵਾਈ ਛਿੜਕਾਅ ਕੀਤੀ ਜਾਂਦੀ ਹੈ ਕਿ ਉਹਦਾ ਮਨੁੱਖ ਨੂੰ ਨੁਕਸਾਨ ਹੈ। ਐਜ਼ ਆਲਰੇਡੀ ਮੈਂਸ਼ਨ ਦਾ ਵੀਡੀਸਾਈਡ ਸਪਰੇਅ ਡਿਊਰਿੰਗ ਦਾ ਵੈਜੀਟੇਟਿਵ ਗਰੋਥ ਆਫ ਬੀਡ ਬਿਫੋਰ ਫਲੋਰਿੰਗ ਐਂਡ ਸੀਡ ਫਾਰਮੇਸ਼ਨ। ਸਪਰੇਇੰਗ ਆਫ ਵੀਡੀਸਾਈਡ ਮੇ ਅਫੈਕਟ ਦਾ ਹੈਲਥ ਆਫ ਫਾਰਮਰ। ਕਿਉਂਕਿ ਖਤਰਨਾਕ ਕੈਮੀਕਲ ਹੁੰਦੇ ਨੇ, ਜ਼ਹਿਰੀਲੇ ਕੈਮੀਕਲ ਨੇ, ਸਾਡੇ ਅੰਦਰ ਜਾ ਕੇ ਸਾਨੂੰ ਖਤਰਨਾਕ ਬਿਮਾਰੀਆਂ ਲਗਾ ਦਿੰਦੇ ਨੇ। ਹਾਰਵੈਸਟਿੰਗ। ਹੁਣ ਫਸਲ ਨੂੰ ਅਸੀਂ ਕੱਟਣਾ ਹੈ। ਹਾਰਵੈਸਟਿੰਗ ਇੱਕ ਇੰਪੋਰਟੈਂਟ ਚੀਜ਼ ਹੈ, ਟਾਸਕ ਹੈ, ਕਿਉਂਕਿ ਪੱਕੀ ਫਸਲ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਕਟਿੰਗ ਆਫ ਕਰੋਪ ਆਫਟਰ ਇਟ ਇਜ਼ ਮੈਚਿਓਰ ਇਜ਼ ਕਾਲਡ ਹਾਰਵੈਸਟਿੰਗ। ਜਦੋਂ ਫਸਲ ਪੱਕ ਗਈ ਉਹਨੂੰ ਕੱਟਣਾ, ਦਾਣੇ ਕੱਢਣਾ, ਉਹਨੂੰ ਹਾਰਵੈਸਟਿੰਗ ਕਹਿੰਦੇ ਨੇ, ਕਟਾਈ। ਸੋ ਇਟ crop are pulled out or cut close to ground, usually take 3 or 4 months for cereal crop to mature. ਅਨਾਜ 3-4 ਮਹੀਨੇ ਦੇ ਵਿੱਚ ਅਨਾਜ ਵਾਲੀਆਂ ਫਸਲਾਂ ਤਿਆਰ ਹੋ ਜਾਂਦੀਆਂ ਨੇ। ਹਾਰਵੈਸਟਿੰਗ ਸਾਡੇ ਦੇਸ਼ ਦੇ ਵਿੱਚ ਜਾਂ ਤਾਂ ਕਿਸਾਨ ਕਰਦੇ ਨੇ ਦਾਤੀ ਦੇ ਨਾਲ, ਹੁਣ ਮਸ਼ੀਨਾਂ ਵੱਡੀਆਂ ਵੱਡੀਆਂ ਕੰਪੈਨਾਂ ਕਰਦੀਆਂ ਨੇ। ਸੋ ਜਦੋਂ ਫਸਲ ਨੂੰ ਕੱਢ ਦਿੰਦੇ ਨੇ ਫਿਰ ਉਹਦੇ ਵਿੱਚੋਂ ਦਾਣੇ ਕੱਢੇ ਜਾਂਦੇ ਨੇ, ਉਹਨੂੰ ਕਹਿੰਦੇ ਨੇ ਥ੍ਰੈਸ਼ਿੰਗ। ਫਿਰ ਜੋ ਕੱਫ ਹੁੰਦਾ ਹੈ, ਜੋ ਖੱਗਾ ਹੁੰਦਾ ਹੈ ਛੱਲੀ ਦਾ ਜਾਂ ਕਣਕ ਦਾ, ਜੋ ਛਿੱਟੇ ਹੁੰਦੇ ਨੇ ਉਹਦੇ ਵਿੱਚੋਂ ਦਾਣੇ ਕੱਢ ਜੋ ਬਾਕੀ ਬਚ ਗਿਆ ਉਹਨੂੰ ਕੱਫ ਕਹਿੰਦੇ ਨੇ। ਇਹਨੂੰ ਮਸ਼ੀਨ ਦੇ ਨਾਲ ਕੱਢਿਆ ਜਾਂਦਾ, ਇਹਨੂੰ ਕਹਿੰਦੇ ਨੇ ਕੰਬਾਈਨ। ਸੋ ਇਟ ਇਜ਼ ਇਨ ਫੈਕਟ ਐਜ਼ ਕੰਬਾਈਨ, ਹਾਰਵੈਸਟਰ ਐਂਡ ਥ੍ਰੈਸ਼ਰ। ਇਹਨੂੰ ਕੰਬਾਈਨ ਕਿਉਂ ਕਿਹਾ ਜਾਂਦਾ? ਕਿਉਂਕਿ ਇੱਕ ਹਾਰਵੈਸਟਰ ਹੈ, ਫਸਲ ਨੂੰ ਕੱਟ ਵੀ ਦਿੰਦੀ ਹੈ, ਥ੍ਰੈਸ਼ਿੰਗ ਵੀ ਕਰ ਦਿੰਦੀ ਹੈ, ਇਹਦੇ 'ਚੋਂ ਦਾਣੇ ਵੀ ਕੱਢ ਦਿੰਦੀ ਹੈ। ਇਹ ਤਸਵੀਰ ਤੁਸੀਂ ਕੰਬਾਈਨ ਹੀ ਦੇਖ ਰਹੇ ਹੋ 1.8। ਆਫਟਰ ਹਾਰਵੈਸਟਿੰਗ ਸਮ ਸਟਵ ਆਰ ਲੈਫਟ ਇਨ ਫੀਲਡ ਵਿਚ ਆਰ ਵਰਨਟ ਬਾਏ ਫਾਰਮਰ। ਪਹੇਲੀ ਇਜ਼ ਵਰੀਡ, ਸ਼ੀ ਨੋ ਡੈਟ it cause pollution. It may also catch fire and damage the crop laying in the field. ਹੁਣ ਕਿਸਾਨ ਕੀ ਕਰਦੇ ਨੇ,
ਕੰਪੈਨ ਦੇ ਨਾਲ ਫਸਲ ਕੱਟ ਦਿੰਦੇ ਨੇ ਅਤੇ ਬਾਕੀ ਜੋ ਬਚ ਜਾਂਦਾ ਹੈ ਜ਼ਮੀਨ ਦੇ ਵਿੱਚ ਜੜ੍ਹਾਂ ਬਚ ਜਾਂਦੀਆਂ ਨੇ, ਉਸ ਖੇਤ ਨੂੰ ਅੱਗ ਲਗਾ ਦਿੰਦੇ ਨੇ। ਇਹਨਾਂ ਕਾਫੀ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। ਫਾਰਮਰ ਵਿਦ ਸਮਾਲ ਹੋਲਡਿੰਗ ਆਫ ਲੈਂਡ ਡੂ ਸੈਪਰੇਸ਼ਨ ਆਫ ਗ੍ਰੇਨ ਬਾਈ ਕਾਫ ਬਾਈ ਬਿਨੋਇੰਗ। ਛੋਟੇ ਕਿਸਾਨ ਜੋ ਨੇ ਉਡਾ ਕੇ ਸਾਫ਼ ਕਰ ਲੈਂਦੇ ਨੇ ਦਾਣੇ। ਇਹ ਤੁਸੀਂ 6ਵੀਂ ਕਲਾਸ 'ਚ ਪੜ੍ਹਿਆ ਹੋਇਆ। ਬਿਨੋਇੰਗ ਮਸ਼ੀਨ ਹੈ, ਇਹਦੇ ਵਿੱਚ ਫਸਲ ਨੂੰ ਪਾਇਆ ਜਾਏਗਾ, ਜਿਹ 'ਚ ਘੱਟਾ ਮਿੱਟੀ ਹੋਏਗਾ ਉਹ ਅਲੱਗ ਹੋ ਜਾਏਗਾ। ਅਤੇ ਹਾਰਵੈਸਟਿੰਗ ਫੈਸਟੀਵਲ ਆਉਂਦੇ ਨੇ, ਵਿਸਾਖੀ ਦਾ ਤਿਉਹਾਰ ਹੈ, ਇਹ ਸਾਡੇ ਨਾਲ ਜੁੜਿਆ ਹੋਇਆ ਹੈ। ਜਿੱਦਾਂ ਪੰਗੋਲ, ਵਿਸਾਖੀ, ਹੋਲੀ, ਦੀਵਾਲੀ, ਨਵੰਨਿਆ ਐਂਡ ਬਿਹੂ, ਇਹ ਤਿਉਹਾਰ ਦੇਸ਼ ਦੇ ਅਲੱਗ-ਅਲੱਗ ਜਗ੍ਹਾ 'ਤੇ ਮਨਾਏ ਜਾਂਦੇ ਨੇ। ਹੁਣ ਫਸਲ ਨੂੰ ਕੱਟ ਕੇ ਦਾਣੇ ਕੱਢ ਲਏ, ਉਹਦੇ ਬਾਅਦ ਉਹਨੂੰ ਸੰਭਾਲਣਾ ਜ਼ਰੂਰੀ ਹੈ, ਭੰਡਾਰ ਕਰਨਾ ਜ਼ਰੂਰੀ ਹੈ, ਇਹਨੂੰ ਕਹਿੰਦੇ ਨੇ ਸਟੋਰੇਜ। ਸੋ ਲਾਸਟ ਤਰੀਕਾ ਆਉਂਦਾ ਹੈ ਸਟੋਰੇਜ, ਜਿਹਨੂੰ ਅਸੀਂ ਭੰਡਾਰਨ ਕਹਿੰਦੇ ਹਾਂ। ਸੋ ਸਟੋਰੇਜ ਆਫ produce is an important task. If the crop grain are to kept for longer time, they should be safe from moisture, insect, rat and microorganism. Harvested grain are more moisture. If freshly harvested, they are stored without drying, they may get spilled or attacked by microorganism, making them unfit for use. Hence, before storing, grain are properly dried to sun to reduce the moisture. This prevent the attack by insect, pest, bacteria, fungi. Farmer store the grain in jute bag or in metallic bin. However, the large scale storage of grain is done in the silos, granaries to protect them from the pest like rat and insect. ਇਹ ਹੁਣ ਤੁਸੀਂ ਦੇਖ ਸਕਦੇ ਹੋ। ਹੁਣ ਫਸਲ ਨੂੰ ਅਸੀਂ ਲੰਬੇ ਸਮੇਂ ਤੱਕ ਜੇ ਸੰਭਾਲ ਕੇ ਰੱਖਣਾ ਹੈ ਤਾਂ ਉਹਨੂੰ ਸਟੋਰ ਕਰਨਾ ਜ਼ਰੂਰੀ ਹੈ। ਫਸਲ ਨੂੰ ਪਹਿਲੇ ਕੱਟਿਆ ਜਾਂਦਾ ਹੈ। ਜੇ ਅਸੀਂ ਗਿੱਲੇ ਦਾਣਿਆਂ ਨੂੰ ਸਟੋਰ ਕਰਾਂਗੇ ਤਾਂ ਉਹਨੂੰ ਕੀੜੇ ਲੱਗ ਜਾਣਗੇ, ਮਾਈਕਰੋਨਿਜ਼ਮ ਲੱਗ ਜਾਣਗੇ। ਤਾਂ ਇਸ ਲਈ ਸਭ ਤੋਂ ਪਹਿਲੇ ਉਹਨੂੰ ਸੁਕਾਇਆ ਜਾਂਦਾ ਧੁੱਪ ਦੇ ਵਿੱਚ, ਉਹਦੇ 'ਚ ਜੋ ਪਾਣੀ ਨਮੀ ਹੈ ਉਹਨੂੰ ਉਡਾਇਆ ਜਾਂਦਾ ਹੈ, ਫਿਰ ਸਟੋਰ ਕੀਤਾ ਜਾਂਦਾ ਹੈ। ਕਿਸਾਨ ਜੋ ਹੈ ਜੂਟ ਦੀਆਂ ਬੋਰੀਆਂ ਦੇ ਵਿੱਚ ਉਹਨੂੰ ਸਟੋਰ ਕਰਦੇ ਨੇ, ਜਾਂ ਟੈਂਕੀਆਂ ਜੋ ਬਣੀਆਂ ਹੁੰਦੀਆਂ ਨੇ ਟੀਨ ਦੀਆਂ, ਉਹ 'ਚ ਸਟੋਰ ਕਰਦੇ ਨੇ। ਜ਼ਿਆਦਾ ਸਟੋਰ ਕਰਨਾ ਹੈ ਅਤੇ ਗੋਦਾਮ ਜੋ ਨੇ ਸੀਲੋਜ਼, ਉਹਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ। ਇਹ ਗੋਦਾਮ ਨੇ, ਇਹ ਉੱਪਰ ਸੀਲੋਜ਼ ਨੇ, ਇਹ ਤੁਸੀਂ ਦੇਖ ਸਕਦੇ ਹੋ। ਸੋ ਇਹ ਸਟੋਰੇਜ ਦਾ ਤਰੀਕਾ ਹੈ। ਹੋਰ ਜੋ ਅਨਾਜ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਕੀੜੇ ਲੱਗ ਜਾਂਦੇ ਨੇ, ਸੋ ਉਹਦੇ ਵਾਸਤੇ ਉਹਨੂੰ ਅਸੀਂ ਜੋ ਡਰਾਈ ਕਰਨਾ ਜ਼ਰੂਰੀ ਹੈ। ਉਹਦੇ ਵਿੱਚ ਕੁਛ ਜਿਸ ਤਰ੍ਹਾਂ ਨੀਮ ਦੇ ਪੱਤੇ ਪਾ ਦਿੰਦੇ ਹਾਂ। ਗ੍ਰੇਨ ਨੂੰ ਸਟੋਰ ਕੀਤਾ ਜਾਂਦਾ ਹੈ ਘਰ ਦੇ ਵਿੱਚ। ਪਰ ਸਟੋਰਿੰਗ ਲਾਰਜ ਕੁਆਂਟਿਟੀ ਗੋਡਾਊਨ ਦੇ ਵਿੱਚ ਜੇ ਪਾਉਣਾ ਤਾਂ ਕੈਮੀਕਲ ਗੋਲੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ, ਮਾਈਕਰੋ ਆਰਗੈਨਿਜ਼ਮ ਉਹਨੂੰ ਅਟੈਕ ਨਾ ਕਰਨ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਤੇ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣਾ ਵੀ ਜ਼ਰੂਰੀ ਹੈ। ਪਸ਼ੂ ਪਾਲਣਾ ਵੀ ਖੇਤੀਬਾੜੀ ਦਾ ਹੀ ਢੰਗ ਹੈ। ਇਹਨੂੰ ਐਨੀਮਲ ਹਸਬੈਂਡਰੀ ਕਹਿੰਦੇ ਨੇ। ਜਿਸ ਤਰ੍ਹਾਂ ਫੂਡ ਦੀ ਟਾਈਪ ਹੈ ਮਿਲਕ ਸਾਨੂੰ ਕਾਊ, ਬਫੈਲੋ, ਸ਼ੀ ਗੋਟ, ਭੇਡ ਤੋਂ, ਊਂਠਣੀ ਤੋਂ ਮਿਲਦਾ ਹੈ। ਤੋ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਨੇ, ਤੁਸੀਂ ਲਿਸਟ ਬਣਾ ਸਕਦੇ ਹੋ। ਤੋ ਇਸ ਲਈ ਖੇਤੀਬਾੜੀ ਦੇ ਨਾਲ ਇਹ ਧੰਦੇ ਵੀ ਜੁੜੇ ਨੇ। ਇਹ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕਿਸਾਨ ਨੂੰ ਫਾਇਦਾ ਦਿੰਦੇ ਨੇ। ਐਨੀਮਲ ਹਸਬੈਂਡਰੀ, ਪਸ਼ੂ ਪਾਲਣਾ, ਮੁਰਗੀ ਪਾਲਣਾ ਜਿੱਦਾਂ ਆ ਗਿਆ, ਗਾਵਾਂ ਮੱਝਾਂ ਪਾਲਣਾ, ਡੇਅਰੀ ਫਾਰਮਿੰਗ ਆ ਗਿਆ, ਮਛਲੀ ਪਾਲਣੀ ਆ ਗਿਆ, ਸੂਰ ਪਾਲਣਾ ਆ ਗਿਆ, ਮਧੂ ਮੱਖੀ ਪਾਲਣਾ ਆ ਗਿਆ, ਇਹ ਸਾਰੇ ਐਨੀਮਲ ਹਸਬੈਂਡਰੀ 'ਚ ਆਉਂਦੇ ਨੇ। ਇਹ ਵੀ ਕਿਸਾਨ ਨੂੰ ਕਾਫੀ ਮੁਨਾਫਾ ਦਿੰਦੇ ਨੇ। ਸੋ ਉਮੀਦ ਕਰਦਾ ਵਿਦਿਆਰਥੀਓ ਤੁਹਾਨੂੰ ਪੂਰਾ ਚੈਪਟਰ ਸਮਝਾਉਣ ਦੇ ਵਿੱਚ ਮੈਂ ਸਮਰਥ ਹੋਇਆ ਹਾਂ, ਤੁਹਾਨੂੰ ਸਮਝ ਆ ਗਿਆ ਹੋਵੇਗਾ। ਐਕਸਰਸਾਈਜ਼ ਤੁਹਾਨੂੰ ਮੈਂ ਆਲਰੇਡੀ ਕਰਵਾ ਚੁੱਕਿਆ ਹੈ, ਇਹ ਤੁਸੀਂ ਪ੍ਰੋਪਰਲੀ ਕਰਨੀਆਂ ਨੇ। ਜੋ ਵੀ ਤੁਹਾਨੂੰ ਰਿਵੀਜ਼ਨ ਸ਼ੀਟਸ ਆਉਂਦੀਆਂ ਨੇ ਉਹ ਕਵਰ ਕਰਨੀਆਂ ਨੇ। ਅਤੇ ਜੋ ਬਾਈ ਮੰਥਲੀ ਜੋ ਸਿਲੇਬਸ ਹੈ ਉਹਦਾ ਫਸਟ ਚੈਪਟਰ ਅੱਜ ਮੈਂ ਕਰਵਾ ਦਿੱਤਾ ਹੈ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਪਹਿਲੇ ਤੁਹਾਨੂੰ ਜ਼ੂਮ ਕਲਾਸ ਦੇ ਥਰੂ ਕਰਵਾਇਆ ਸੀ, ਅੱਜ ਮੈਂ YouTube ਵੀਡੀਓ ਬਣਾ ਕੇ ਤੁਹਾਨੂੰ ਸਮਝਾਇਆ ਹੈ। ਅਤੇ ਜੇ ਅਜੇ ਵੀ ਇਸ ਚੈਪਟਰ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, WhatsApp 'ਤੇ ਮੈਸੇਜ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ ਦਿਸ ਵੀਡੀਓ। ਅਤੇ ਨਾਲ ਸਾਰੇ ਵਿਦਿਆਰਥੀਆਂ ਨੂੰ ਵੀਡੀਓ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਹੈਲਪ ਹੋਵੇ। ਧੰਨਵਾਦ ਵੀਡੀਓ ਦੇਖਣ ਲਈ।